ਵਾਹਿਗੁਰੂ ਵਾਹਿਗੁਰੂ। ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭਤ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਾਮ ਕਰ ਜੋਰੀ ਨਾਮ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਮੰਨੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਸਾਹਿਬ ਜੀਆ ਮਨਸੂਰ ਦੋਹਰਾ ਮਨਸੂਰ ਹਿਮ ਜਗ ਪਇਓ ਕੱਟੇ ਹੱਥ ਇੱਕ ਸੱਟ ਮਣੀ ਸਿੰਘ ਬੋ ਸਤ ਸਹੀ ਬੰਦ ਬੰਦ ਸੁਟਾਇਓ ਕੱਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾ ਅਵਗੁਣ ਸਭ ਛਪੇ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਪਿਛਲੇ ਪਹਿਰਾਂ ਦੇ ਇਹਨਾਂ ਸੁੰਦਰ ਸੱਚਖੰਡ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਨੂੰ ਸੁਣ ਕਰਕੇ ਸ਼ਹੀਦਾਂ ਸਿੰਘਾਂ ਦੇ ਇਤਿਹਾਸ ਦੇ ਨਾਲ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਉੱਤੇ ਨਤਮਸਤਕ ਹੋ ਰਹੇ ਹੋ। ਭਾਈ ਰਤਨ ਸਿੰਘ ਜੀ ਭੰਗੂ ਇਤਿਹਾਸ ਸੁਣਾ ਰਹੇ ਹਨ। ਬੰਦ ਬੰਦ ਕਟਵਾਉਣ ਵਾਲੇ ਅਮਰ ਸ਼ਹੀਦ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ
ਚਾਰ ਪਾਤਸ਼ਾਹੀਆਂ ਦੇ ਦਰਸ਼ਨ ਕਰਨ ਵਾਲੇ ਧੰਨ ਧੰਨ ਭਾਈ ਮਨੀ ਸਿੰਘ ਸਾਹਿਬ ਜੀ ਦਾ। ਭਾਈ ਮਨੀ ਸਿੰਘ ਜੀ ਜੋ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹਨ। ਤੁਰਕ ਸਰਕਾਰ ਦਾ ਰਾਜ ਹੈ। ਤੁਰਕ ਸਰਕਾਰ ਦੇ ਨਾਲ ਗੱਲਬਾਤ ਕੀਤੀ ਕਿ ਸਾਨੂੰ ਮੇਲਾ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ, ਬਦਲੇ ਦੇ ਵਿੱਚ ਅਸੀਂ 10,000 ਰੁਪਈਆ ਤੁਹਾਨੂੰ ਦੇਵਾਂਗੇ। ਇੱਧਰੋਂ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਤੇ ਉੱਧਰੋਂ ਲਾਹੌਰ ਦਰਬਾਰ ਨੇ ਜੋ ਦੀਵਾਨ ਸੀ ਲਖਪਤ ਰਾਏ, ਉਹਦੀ ਕਮਾਂਡ ਹੇਠ ਫੌਜਾਂ ਚੜ੍ਹਾ ਦਿੱਤੀਆਂ ਅੰਮ੍ਰਿਤਸਰ ਵੱਲ। ਅੰਮ੍ਰਿਤਸਰ ਦੇ ਵਿੱਚ ਰਾਮ ਤੀਰਥ ਦੇ ਸਥਾਨ ਤੇ ਇਹ ਲਖਪਤ ਰਾਏ ਫੌਜਾਂ ਲੈ ਕੇ ਬੈਠ ਗਿਆ ਕਿ ਜਦੋਂ ਗੁਰੂ ਕੇ ਸਿੱਖ ਇਕੱਠੇ ਹੋਣਗੇ, ਸਾਰੇ ਮੁਖੀਏ ਸਿੱਖ ਜਿੰਨੇ ਜਥੇਦਾਰ ਇੱਕੋ ਵਾਰੀ ਸਾਰਿਆਂ ਨੂੰ ਘੇਰ ਕੇ ਸਿੱਖਾਂ ਦਾ ਖੁਰਾ ਖੋਜ ਮਿਟਾ ਦੇਣਾ। ਇਹ ਇਹਨਾਂ ਦੀ ਚਾਲ ਸੀ, ਭੈੜਾ ਮਨਸੂਬਾ ਸੀ। ਇੱਧਰੋਂ ਭਾਈ ਮਨੀ ਸਿੰਘ ਜੀ ਨੇ ਚਿੱਠੇ ਭੇਜ ਦਿੱਤੇ ਕਿ ਖਾਲਸਾ ਜੀ, ਤੁਰਕਾਂ ਨਾਲ ਗੱਲਬਾਤ ਹੋ ਗਈ ਹੈ ਤੇ ਦੀਵਾਲੀ ਦਾ ਜੋੜ ਮੇਲਾ ਮਨਾਉਣਾ ਹੈ ਤੇ ਸਾਰੀ ਸੰਗਤ ਵੱਧ ਚੜ੍ਹ ਕੇ ਆਓ। ਸਿੰਘ ਆਉਣ ਲੱਗੇ, ਪਰ ਜਦੋਂ ਤੁਰਕਾਂ ਦੀ ਭੈੜੀ ਮਨਸ਼ਾ ਵੇਖੀ ਵੀ ਇੰਨੀਆਂ ਫੌਜਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਕਿਸ ਗੱਲੋਂ ਲੈ ਕੇ ਆਉਂਦੀਆਂ, ਫਿਰ ਭਾਈ ਮਨੀ ਸਿੰਘ ਜੀ ਤੇ ਬਾਕੀ ਸਿੰਘਾਂ ਦੇ ਉਹਨਾਂ ਦੇ ਵੀ ਕੰਨ ਖੜੇ ਹੋਏ ਤੇ ਦੁਬਾਰਾ ਕਹਿ ਦਿੱਤਾ ਸੰਗਤਾਂ ਨੂੰ, ਚਿੱਠੇ ਭੇਜ ਦਿੱਤੇ, ਸੰਗਤ ਜੀ ਕੋਈ ਨਾ ਆਇਓ ਅੰਮ੍ਰਿਤਸਰ, ਜਿੱਥੇ ਜਿੱਥੇ ਬੈਠੇ ਹੋ ਘਰਾਂ ਵਿੱਚ, ਪਿੰਡਾਂ ਵਿੱਚ, ਜੰਗਲਾਂ ਬੇਲਿਆਂ ਦੇ ਵਿੱਚ ਉੱਥੇ ਉੱਥੇ ਟਿਕੇ ਰਹੋ ਜਾਂ ਵਾਪਸ ਚਲੇ ਜਾਓ। ਭਾਈ ਮਨੀ ਸਿੰਘ ਜੀ ਦਾ ਇਹ ਹੁਕਮ ਮਿਲਦਿਆਂ ਅਨੁਸਾਰ ਕੁਝ ਸਿੰਘਾਂ ਨੇ ਵਾਪਸ ਚਾਲੇ ਪਾਏ, ਕੁਝ ਕਿਆਂ ਨੇ ਇਸ਼ਨਾਨ ਕਰ ਲਿਆ ਸੀ ਸਰੋਵਰ ਵਿੱਚ, ਕੁਝ ਕੁ ਰਹਿੰਦੇ ਸੀਗੇ। ਉਹਨਾਂ ਸਿੰਘਾਂ ਨੂੰ ਵੀ ਵਾਪਸ ਜਾਣਾ ਪਿਆ, ਮੇਲਾ ਲੱਗਾ ਨਹੀਂ। ਤੇ ਇੱਧਰੋਂ ਜਿਹੜਾ ਦਰੋਗਾ ਸੀ ਥਾਣੇਦਾਰ, ਇਹ ਕਹਿੰਦਾ ਭਾਈ 10,000 ਰੁਪਈਆ ਜਿਹੜਾ ਇਕਰਾਰਨਾਮਾ ਹੋਇਆ ਉਹ ਸਾਨੂੰ ਦਿਓ। ਹੁਣ ਮਾਇਆ ਜਦੋਂ ਦਿੱਤੀ ਨਾ, ਕਿਉਂਕਿ ਮੇਲਾ ਲੱਗਾ ਨਹੀਂ ਤੇ ਮਾਇਆ ਕਿਵੇਂ ਹੁੰਦੀ। ਤੇ ਦਰੋਗੇ ਨੇ ਸ਼ਿਕਾਇਤ ਕੀਤੀ ਲਾਹੌਰ, ਤੇ ਉਧਰੋਂ ਫੌਜਾਂ ਚੜ੍ਹ ਕੇ ਆ ਗਈਆਂ। ਭਾਈ ਮਨੀ ਸਿੰਘ ਜੀ ਤੇ ਉਹਨਾਂ ਦੇ ਨਾਲ 8-10 ਮੁਖੀਏ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ। ਨਵਾਬ ਸੂਬੇਦਾਰ ਲਾਹੌਰ ਨੇ ਉਸਨੇ ਵਿਕਲਪ ਰੱਖੇ, ਜਾਂ ਮੁਸਲਮਾਨ ਬਣੋ, ਜਾਂ 10,000 ਰੁਪਈਆ ਦੇਵੋ, ਜਾਂ ਫਿਰ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ। ਭਾਈ ਮਨੀ ਸਿੰਘ ਜੀ ਕਹਿੰਦੇ ਹੁਣ ਨਾ ਤਾਂ ਅਸੀਂ ਮਾਇਆ ਦੇਣੀ ਹੈ, ਨਾ ਅਸੀਂ ਇਸਲਾਮ ਕਬੂਲ ਕਰਨਾ। ਹਾਂ, ਤੈਨੂੰ ਆਪਣੀ ਮੌਤ ਨਕਦ ਜ਼ਰੂਰ ਦੇ ਸਕਦੇ ਹਾਂ। ਕਾਜ਼ੀਆਂ ਨੂੰ ਬੁਲਾਇਆ, ਫਤਵਾ ਲਾਇਆ ਗਿਆ ਤੇ ਕਾਜ਼ੀ ਪਹਿਲਾਂ ਹੀ ਭਾਈ ਮਨੀ ਸਿੰਘ ਜੀ ਨਾਲ ਨਫ਼ਰਤ ਕਰਦੇ ਸੀ ਵੀ ਆਹ ਜਿਹੜੇ ਸਿੱਖ ਨੇ ਨਾ, ਆਹ ਸਿੱਖ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਜਿਹੜੇ, ਇਹ ਸਿੱਖਾਂ ਨੂੰ ਅੰਮ੍ਰਿਤ ਛਕਾਉਂਦੇ ਨੇ, ਸਿੱਖਾਂ ਨੂੰ ਗੁਰਬਾਣੀ ਦਾ ਪਾਠ ਪੜ੍ਹਾਉਂਦੇ ਨੇ। ਇਸ ਕਰਕੇ ਇਹਨਾਂ ਦੇ ਪਿੱਛੇ ਲੱਗ ਕੇ ਕਈ ਸਿੱਖ ਬਣ ਜਾਂਦੇ ਨੇ। ਜੇ ਇਹਨੂੰ ਮਾਰ ਦਿੱਤਾ ਜਾਵੇ ਮੁੜ ਕੇ ਕੋਈ ਸਿੱਖ ਹੀ ਨਾ ਬਣੇ। ਤੇ ਕਾਜ਼ੀਆਂ ਨੇ ਕਿਤਾਬ ਜੀ ਖੋਲ ਕੇ ਫਤਵਾ ਦੇ ਦਿੱਤਾ ਵੀ ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ। ਉਸ ਵੇਲੇ ਜਲਾਦ ਭਾਈ ਮਨੀ ਸਿੰਘ ਜੀ ਦੇ ਗੁੱਟ ਦੇ ਉੱਤੇ ਛੁਰਾ ਮਾਰਨ ਲੱਗਾ। ਭਾਈ ਮਨੀ ਸਿੰਘ ਜੀ ਨੇ ਰੋਕ ਦਿੱਤਾ, ਕਹਿੰਦੇ ਜਲਾਦਾ ਤੈਨੂੰ ਪਤਾ ਬੰਦ ਕਿੱਥੋਂ ਸ਼ੁਰੂ ਹੁੰਦਾ? ਉਹ ਕਹਿੰਦਾ ਗੁੱਟ ਤੋਂ। ਭਾਈ ਮਨੀ ਸਿੰਘ ਜੀ ਕਹਿੰਦੇ ਨਹੀਂ, ਸਰੀਰ ਦਾ ਬੰਦ ਉਂਗਲ ਦੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ ਹੈ। ਪਹਿਲਾਂ ਸਾਡੀ ਉਂਗਲ ਦਾ ਪੋਟਾ ਕੱਟ, ਫਿਰ ਦੂਜਾ ਪੋਟਾ, ਫਿਰ ਪੂਰੀ ਉਂਗਲ, ਫਿਰ ਗੁੱਟ, ਫਿਰ ਕੂਹਣੀ, ਫਿਰ ਮੋਢਾ। ਉਹ ਜਲਾਦ ਬੜਾ ਹੈਰਾਨ, ਬੜਾ ਕੰਬਿਆ ਵੀ ਸਿੱਖ ਇਹ ਕਿਸ ਮਿੱਟੀ ਦੇ ਬਣੇ ਹੋਏ। ਇੱਧਰੋਂ ਜਲਾਦ ਨੇ ਉਹ ਟਕੂਆ ਚਲਾਉਣਾ ਸ਼ੁਰੂ ਕੀਤਾ, ਲੱਕੜ ਦੇ ਉੱਪਰ ਭਾਈ ਸਾਹਿਬ ਦੀਆਂ ਉਂਗਲਾਂ ਰੱਖ ਕੇ ਲੱਕੜ ਦੀ ਮੁੱਢੀ ਤੇ ਇੱਧਰੋਂ ਭਾਈ ਮਨੀ ਸਿੰਘ ਜੀ ਨੇ ਸੁਖਮਨੀ ਸਾਹਿਬ ਉਚਾਰਨ ਕਰਨਾ ਸ਼ੁਰੂ ਕੀਤਾ। ਸੱਜੀ ਬਾਂਹ ਵੱਡੀ, ਖੱਬੀ ਬਾਂਹ ਵੱਡੀ, ਫਿਰ ਪੈਰਾਂ ਦੀਆਂ ਉਂਗਲੀਆਂ, ਫਿਰ ਗਿੱਟਾ, ਫਿਰ ਗੋਡਾ। ਭਾਈ ਮਨੀ ਸਿੰਘ ਜੀ ਜਦੋਂ ਇਸ ਪ੍ਰਕਾਰ ਲਹੂ ਲੁਹਾਨ ਹਨ
ਤੇ ਇੱਕ ਫਕੀਰ ਉਸ ਵੇਲੇ ਆਇਆ। ਉਹ ਕਹਿੰਦਾ ਇਸ ਬੰਦੇ ਦੇ ਮੁਖ ਤੋਂ ਜੇ ਇਸ ਵੇਲੇ ਕੋਈ ਵਚਨ ਹੋ ਗਿਆ ਨਾ ਤਾਂ 7 ਵਲਾਇਤਾਂ 7 ਮਹਾਦੀਪ ਇਹ ਗਰਕ ਕਰਕੇ ਰੱਖ ਦੇਣਗੇ। ਇਸ ਕਰਕੇ ਛੇਤੀ ਨਾਲ ਇਹਨਾਂ ਨੂੰ ਖਤਮ ਕਰ ਦਿਓ। ਉਸ ਵੇਲੇ ਜਲਾਦ ਨੇ ਤਲਵਾਰ ਚਲਾਈ ਤੇ ਭਾਈ ਮਨੀ ਸਿੰਘ ਜੀ ਦੀ ਧੌਣ ਵੱਢ ਦਿੱਤੀ। ਜਦੋਂ ਧੌਣ ਵੱਢੀ ਉਸ ਵੇਲੇ ਭਾਈ ਮਨੀ ਸਿੰਘ ਜੀ ਸੁਖਮਨੀ ਸਾਹਿਬ ਦੀ ਪੰਕਤੀ ਉਚਾਰ ਰਹੇ ਸਨ, ਨਹਿ ਕਿਛ ਜਨਮੈ ਨਹਿ ਕਿਛ ਮਰੈ। ਇਸ ਪ੍ਰਕਾਰ ਭਾਈ ਮਨੀ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਨੰਨ ਸਿੱਖ, ਗੁਰੂ ਘਰ ਦੇ ਮਹਾਨ ਵਿਦਵਾਨ ਸਿੱਖ। ਹੁਣ ਜਿਸ ਪ੍ਰਕਾਰ ਗੁਰੂ ਪੰਥ ਖਾਲਸੇ ਦੀ ਕਥਾ ਅੱਗੇ ਤੁਰਦੀ ਹੈ, ਕਿਵੇਂ ਇਹਨਾਂ ਦਾ ਤੁਰਕਾਂ ਦਾ ਨਾਸ਼ ਹੁੰਦਾ ਹੈ, ਉਸ ਕਥਾ ਨੂੰ ਸਰਵਣ ਕਰਨ ਲਈ ਮਨੋਬਿਰਤੀਆਂ ਗੁਰੂ ਪੰਥ ਖਾਲਸੇ ਦੇ ਚਰਨਾਂ ਵਿੱਚ ਟਿਕਾਈਏ। ਗੁਰੂ ਘਰ ਦੀ ਕਥਾ ਹੈ, ਸਾਡੇ ਆਪਣੇ ਘਰ ਦੀ ਕਥਾ ਹੈ, ਸਾਡੇ ਬਜ਼ੁਰਗਾਂ ਦੀ ਕਥਾ ਹੈ। ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਹੋਇਆਂ ਸਮੂਹ ਮਾਈ ਭਾਈ ਆਖਣਾ ਕਰੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੂਰੇ ਜਗਤ ਦੇ ਵਿੱਚ ਮਨਸੂਰ ਦਾ ਨਾਮ ਪ੍ਰਸਿੱਧ ਹੈ, ਸਾਰੀ ਦੁਨੀਆ ਦੇ ਵਿੱਚ। ਕਹਿੰਦੇ ਮਨਸੂਰ ਦਾ ਇੱਕ ਹੱਥ ਕੱਟਿਆ ਗਿਆ ਸੀ। ਇੱਕ ਹੱਥ ਸਮੇਂ ਦੀ ਸਰਕਾਰ ਨੇ ਕੱਟ ਦਿੱਤਾ ਸੀ ਮਨਸੂਰ ਦਾ। ਕਿਉਂ? ਕਿਉਂਕਿ ਉਸਨੇ ਅਨਲ ਹੱਕ ਦਾ ਨਾਅਰਾ ਦਿੱਤਾ ਸੀ। ਅਨਲ ਹੱਕ ਕਿ ਮੈਂ ਹੀ ਰੱਬ ਹਾਂ, ਰੱਬ ਮੇਰੇ ਵਿੱਚ ਹੈ। ਇਸ ਪ੍ਰਕਾਰ ਉਸ ਮਹਾਂਪੁਰਖ ਦਾ ਇੱਕ ਹੱਥ ਕੱਟ ਦਿੱਤਾ। ਫਿਰ ਕਹਿੰਦੇ ਦੂਸਰਾ ਜਨਮ ਮਨਸੂਰ ਦਾ ਹੋਇਆ ਸ਼ਮਸ਼ ਤਬਰੇਜ਼ ਦੇ ਰੂਪ ਦੇ ਵਿੱਚ। ਸ਼ਮਸ਼ ਤਬਰੇਜ਼ ਜਿਹੜਾ ਇੱਧਰ ਕਾਬਲ ਕੰਧਾਰ ਵੱਲ, ਮੁਲਤਾਨ ਵੱਲ ਰਹਿੰਦਾ ਸੀ, ਤੇ ਇਸ ਦੇ ਨਾਲ ਵੀ ਦੁਨੀਆ ਨਫ਼ਰਤ ਕਰਿਆ ਕਰਦੀ। ਤੇ ਇੱਕ ਦਿਨ ਇਹ ਮੱਛੀ ਲੈ ਕੇ ਆਇਆ ਛਕਣ ਦੇ ਲਈ, ਤੇ ਇਸ ਨੂੰ ਕਿਸੇ ਨੇ ਅੱਗ ਨਾ ਦਿੱਤੀ। ਤੇ ਐਡਾ ਮਹਾਂਪੁਰਖ ਸੀ ਸ਼ਮਸ਼ ਤਬਰੇਜ਼, ਇਸਨੇ ਸੂਰਜ ਨੂੰ ਥੱਲੇ ਕਰਕੇ ਉਹ ਮੱਛੀ ਭੁੰਨੀ ਤੇ ਫੇਰ ਖਾਧੀ। ਕਹਿੰਦੇ ਉਸੇ ਸਮੇਂ ਤੋਂ ਮੁਲਤਾਨ ਦੇ ਵਿੱਚ ਗਰਮੀ ਵੱਧ ਪੈਂਦੀ ਹੈ। ਸ਼ਮਸ਼ ਤਬਰੇਜ਼। ਇਸੇ ਪ੍ਰਕਾਰ ਤੀਸਰਾ ਜਨਮ ਹੋਇਆ ਫਿਰ ਇੱਕ ਮੁਸਲਮਾਨ ਸੈਯਦ ਦੇ ਰੂਪ ਦੇ ਵਿੱਚ, ਜੋ 10ਵੇਂ ਪਾਤਸ਼ਾਹ ਮਹਾਰਾਜ ਵੇਲੇ ਹੋਇਆ। ਉਹ ਫਕੀਰ, ਬੇਨਵਾ ਫਕੀਰ, ਜਿਸ ਨੂੰ ਮਾਰ ਦਿੱਤਾ ਸੀ। ਤੇ ਇਸ ਪ੍ਰਕਾਰ ਕਹਿੰਦੇ ਮਨਸੂਰ ਨੂੰ ਤਾਂ ਸਾਰੀ ਦੁਨੀਆ ਜਾਣਦੀ ਹੈ, ਜਿਸ ਦਾ ਇੱਕ ਹੱਥ ਵੱਢ ਦਿੱਤਾ ਗਿਆ ਸੀ, ਇੱਕ ਹੱਥ ਜਿਸ ਦਾ ਕੱਟਿਆ ਗਿਆ ਸੀ। ਮਣੀ ਸਿੰਘ ਸਤ ਸਹੀ ਬੰਦ ਬੰਦ ਸੁਤਾਇਓ ਕੱਪ। ਕਹਿੰਦੇ ਮਨਸੂਰ ਦਾ ਤਾਂ ਇੱਕ ਹੱਥ ਵੱਢਿਆ, ਉਹਨੂੰ ਪੂਰੀ ਦੁਨੀਆ ਜਾਣਦੀ ਹੈ। ਪਰ ਭਾਈ ਮਨੀ ਸਿੰਘ ਜੀ ਦੀਆਂ ਉਂਗਲਾਂ ਤੋਂ ਲੈ ਕੇ ਗੁੱਟ, ਕੂਹਣੀ, ਮੋਢੇ ਬੰਦ ਬੰਦ ਉਹਨਾਂ ਦਾ ਕੱਟਿਆ ਗਿਆ। ਤੇ ਉਹਨਾਂ ਦੀ ਸਿਫਤ ਤਾਂ ਸੱਚੀ ਦਰਗਾਹ ਦੇ ਵਿੱਚ ਹੁੰਦੀ ਆ। ਉਹਨਾਂ ਦੀ ਸਿਫਤ ਦੁਨੀਆ ਦੇ ਵਿੱਚ ਤਾਂ ਹੋਣੀ ਹੋਣੀ ਆ। ਆਪਾਂ ਹੁਣ ਵੀ ਯਾਦ ਕਰਦੇ ਹਾਂ ਉਹਨਾਂ ਮਹਾਂਪੁਰਖਾਂ ਨੂੰ। ਤੇ ਕਹਿੰਦੇ ਸੱਚਖੰਡ ਦੇ ਵਿੱਚ ਵੀ ਉਹਨਾਂ ਦੀ ਸ਼ੋਭਾ ਹੋ ਰਹੀ ਹੈ। ਸੂਲੀ ਰਿਤ ਰੱਖਦੇ ਕੋ ਮਦ ਸੂਲੀ ਰਹੇ ਤਰਾਏ। ਤੇ ਕਹਿੰਦੇ ਉਹਨਾਂ ਨੇ ਆਪਣੀ ਜਿੰਦ ਉਹ ਕੁਰਬਾਨ ਕਰ ਦਿੱਤੀ ਇਹਨਾਂ ਤੁਰਕਾਂ ਦੇ ਲੇਖੇ ਲਾ ਕੇ। ਸੋਈ ਦੇਹ ਨਾ ਰੱਖੀ ਮਣੀ ਸਿੰਘ ਅਧਿਕਾਏ। ਕਹਿੰਦੇ ਜਿਵੇਂ ਮਹਾਭਾਰਤ ਦੇ ਵਿੱਚ ਇੱਕ ਨੂੰ ਸੂਲੀ ਦੇ ਉੱਤੇ ਚਾੜਿਆ ਗਿਆ ਸੀ ਤੇ ਲੰਮਾ ਸਮਾਂ ਉਹਦਾ ਸਰੀਰ ਇੱਕ ਭਗਤ ਦਾ ਸੂਲੀ ਦੇ ਉੱਤੇ ਟੰਗਿਆ ਰਿਹਾ। ਕਹਿੰਦੇ ਉਸੇ ਪ੍ਰਕਾਰ ਭਾਈ ਮਨੀ ਸਿੰਘ ਜੀ ਨੇ ਵੀ ਆਪਣੀ ਦੇਹ ਨੂੰ ਆਪਣਾ ਨਹੀਂ ਜਾਣਿਆ, ਆਪਣੀ ਦੇਹ ਨੂੰ ਨਾਸ਼ਮਾਨ ਜਾਣ ਕੇ ਉਹ ਲੇਖੇ ਲਾ ਦਿੱਤੀ। ਜੋ ਭਈ
ਸੀਸ ਪਇਓ ਤਬ ਘਟਤੇ ਦੂਰ। ਜਦੋਂ ਉਸ ਜਲਾਦ ਨੇ ਤੇਗ ਚਲਾਈ, ਤਲਵਾਰ ਚਲਾਈ ਸੀਸ ਦੇ ਉੱਤੇ, ਤੇ ਧੜ ਨਾਲੋਂ ਸੀਸ ਜੁਦਾ ਹੋ ਗਿਆ ਭਾਈ ਸਾਹਿਬ ਦਾ। ਰਹੀ ਸਿੱਖ ਸਿੰਘ ਸਾਬਤ ਸੂਰ। ਭਾਈ ਮਨੀ ਸਿੰਘ ਜੀ ਦੀ ਸਿੱਖੀ ਸਾਬਰ ਸੂਰਤ ਨਿਭੀ ਹੈ, ਤੋੜ ਚੜੀ ਹੈ। ਹੈ ਕਾਲ ਜਗਤ ਮੈਂ ਪਇਓ। ਜਦੋਂ ਲਾਹੌਰ ਦੇ ਲੋਕਾਂ ਨੂੰ ਪਤਾ ਲੱਗਾ ਕਿ ਭਾਈ ਮਨੀ ਸਿੰਘ ਜੀ ਦਾ ਸਿਰ ਵੱਢ ਦਿੱਤਾ ਗਿਆ, ਉਹਨਾਂ ਦੇ ਬੰਦ ਕੱਟੇ ਗਏ, ਸਾਰੇ ਲਾਹੌਰ ਦੇ ਵਿੱਚ ਹਾਹਾਕਾਰ ਮਚ ਗਈ। ਜੈ ਜੈਕਾਰ ਸਿੱਖ ਮਨ ਠਾਇਓ। ਤੇ ਸਿੱਖਾਂ ਦੇ ਵਿੱਚ ਜੈ ਜੈਕਾਰ ਹੋਣ ਲੱਗੀ, ਜੈਕਾਰੇ ਵੱਜਣ ਲੱਗੇ ਨੇ ਕਿ ਭਾਈ ਮਨੀ ਸਿੰਘ ਜੀ ਨੇ ਆਪਣਾ ਪ੍ਰਾਣ ਨਿਭਾਇਆ ਹੈ, ਸਿੱਖਾਂ ਦਾ ਬਚਨ ਪੂਰਾ ਹੋਇਆ ਹੈ। ਸਾਬਤ ਸਿੱਖੀ ਸਿੱਖ ਕੀ ਰਹੀ। ਭਾਈ ਮਨੀ ਸਿੰਘ ਜੀ ਨੇ ਆਪਣੀ ਸਿੱਖੀ ਸਾਬਤ ਸੂਰਤ ਰੱਖੀ ਹੈ। ਸਰਾਪ ਸਿੱਖਾਂ ਕੋ ਭਇਓ ਸਹੀ। ਤੇ ਜੋ ਸਿੱਖਾਂ ਨੇ ਬਚਨ ਕੀਤਾ ਸੀ, ਉਹ ਬਚਨ ਵੀ ਪੂਰਾ ਹੋਇਆ ਹੈ। ਭਇਓ ਸ਼ਹੀਦਾਂ ਮੈਂ ਸਰਦਾਰ। ਤੇ ਭਾਈ ਮਨੀ ਸਿੰਘ ਜੀ ਜਦੋਂ ਸ਼ਹੀਦੀ ਪਾ ਗਏ, ਸ਼ਹੀਦਾਂ ਦੇ ਵਿੱਚ ਉਹ ਵੱਡੇ ਸਰਦਾਰ ਕਹਾਉਣੇ ਲੱਗ ਪਏ। ਸੱਚਖੰਡ ਦੇ ਵਿੱਚ ਉਹ ਸਾਰੇ ਸ਼ਹੀਦਾਂ ਦੇ ਸਰਦਾਰ ਕਹੇ ਜਾਣ ਲੱਗੇ ਹਨ। ਸਾਹਿਬ ਜਾਤਨ ਟਿਕਾ ਡਿਊਟੀਦਾਰ। ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਸ਼ਹੀਦੀ ਪਾ ਕੇ ਕਿੱਥੇ ਗਏ? ਕਹਿੰਦੇ ਸੱਚਖੰਡ ਦੇ ਵਿੱਚ, ਜਿੱਥੇ ਸਾਹਿਬਜ਼ਾਦੇ ਵਿਰਾਜੇ ਨੇ ਨਾ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਜੀ, ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ, ਕਹਿੰਦੇ ਉਹਨਾਂ ਸਾਹਿਬਜ਼ਾਦਿਆਂ ਦੇ ਡਿਊਟੀਦਾਰ ਬਣ ਗਏ। ਦਰਵਾਜ਼ੇ ਦੇ ਉੱਤੇ ਜਿਹੜੇ ਪਹਿਰਾ ਦਿੰਦੇ ਨੇ, ਭਾਈ ਮਨੀ ਸਿੰਘ ਜੀ ਉਹ ਸੇਵਾ ਨਿਭਾਉਣ ਲੱਗੇ ਨੇ ਸ਼ਹੀਦਾਂ ਦੀ। ਮਨੀ ਸਿੰਘ ਜੋ ਸਾਕੋ ਕੀਓ। ਜਿਵੇਂ ਭਾਈ ਮਨੀ ਸਿੰਘ ਸਾਹਿਬ ਜੀ ਨੇ ਵੱਡਾ ਸਾਕਾ ਕੀਤਾ ਹੈ। ਸਹੀ 1794 ਸਨ 1794 ਬਿਕਰਮੀ ਦੇ ਵਿੱਚ ਇਹ ਸਾਕਾ ਹੋਇਆ ਹੈ। ਰਤਨ ਸਿੰਘ ਸੋ ਸਾਖੀ ਲਿਖੀ। ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਇਹ ਸਾਖੀ ਲਿਖੀ ਹੈ। ਪਿਤਾ ਮਾਰੇ ਕਹੀ ਸੀ ਪਿੱਛੀ। ਕਹਿੰਦੇ ਇਹ ਸਾਖੀ ਨਾ ਮੈਨੂੰ ਮੇਰੇ ਬਾਪੂ ਨੇ ਸੁਣਾਈ ਹੈ। ਭਾਈ ਰਤਨ ਸਿੰਘ ਭੰਗੂ ਦੇ ਪਿਤਾ ਜੀ ਜਿੰਦਾ ਸ਼ਹੀਦ ਭਾਈ ਰਾਏ ਸਿੰਘ ਜੀ, ਕਹਿੰਦੇ ਉਹਨਾਂ ਨੇ ਮੈਨੂੰ ਆ ਸਾਖੀ ਸੁਣਾਈ ਹੈ। ਸਿੱਖਣ ਮੈਂ ਸਿੱਖ ਉੱਚੋ, ਭਗਤ ਮੈਂ ਭਗਤ ਉੱਚੋ। ਹੁਣ ਕਵਿਤਾ ਲਿਖ ਰਹੇ ਨੇ ਭਾਈ ਸਾਹਿਬ ਜੀ ਭਾਈ ਮਨੀ ਸਿੰਘ ਜੀ ਦੇ ਬਾਰੇ। ਕਹਿੰਦੇ ਸਿੱਖਾਂ ਦੇ ਵਿੱਚੋਂ ਵੱਡੇ ਸਿੱਖ ਸਨ, ਸ਼੍ਰੋਮਣੀ ਸਿੱਖ ਸਨ, ਸੂਝਵਾਨ, ਤੇ ਸਾਰੇ ਸਿੱਖਾਂ ਦੇ ਵਿੱਚੋਂ ਮਹਾਨ ਸਿੱਖ ਹਨ। ਸਿੱਖੀ ਦੀ ਨਿਆਈ ਕਹੀਏ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਉਹਨਾਂ ਨੇ ਸਿੱਖੀ ਦੀ ਨੀਂਹ ਰੱਖ ਦਿੱਤੀ ਹੈ। ਜੇ ਨੀਂਹ ਕੱਚੀ ਹੋਵੇ ਨਾ ਤੇ ਉੱਪਰ ਮਹਿਲ ਨਹੀਂ ਖੜਾ ਹੋ ਸਕਦਾ। ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਕੱਟ ਕੇ ਸਿੱਖੀ ਦੀਆਂ ਨੀਹਾਂ ਦੇ ਵਿੱਚ ਪਾਇਆ ਹੈ, ਸਿੱਖੀ ਦੀ ਨੀਂਹ ਨੂੰ ਪੱਕਾ ਮਜ਼ਬੂਤ ਕੀਤਾ ਹੈ। ਜਗਤ ਮੈਂ ਜੈਕਾਰ ਕੀਓ, ਧਰਮ ਅਰਥ ਦੇ ਦਇਓ। ਸਾਰੇ ਜਗਤ ਦੇ ਵਿੱਚ ਭਾਈ ਸਾਹਿਬ ਦੀ ਸ਼ਹੀਦੀ ਦੀਆਂ ਗੱਲਾਂ ਹੁੰਦੀਆਂ ਨੇ, ਜਗਤ ਜੈ ਜੈਕਾਰ ਕਰਦਾ ਹੈ। ਸਿੱਧ ਸੋ ਪਟਾਏ ਹੀਓ ਨਾ ਮਾਨੀ ਕਸੂ ਸੰਤ ਜੀ। ਭਾਈ ਮਨੀ ਸਿੰਘ ਜੀ ਨੇ ਖੁਸ਼ੀ ਆਪਣਾ ਬੰਦ ਕਟਵਾ ਲਿਆ। ਜਲਾਕਾਂ ਗੁੱਟ ਤੇ ਟੱਕ ਮਾਰਨ ਲੱਗਾ ਸੀ, ਭਾਈ ਮਨੀ ਸਿੰਘ ਜੀ ਨੇ ਪਹਿਲਾਂ ਉਂਗਲੀ ਅੱਗੇ ਕਰ ਦਿੱਤੀ ਵੀ ਪਹਿਲਾਂ ਉਂਗਲੀ ਦਾ ਪੋਟਾ ਸਾਡਾ ਕੱਟ। ਇਸ ਪ੍ਰਕਾਰ ਉਹਨਾਂ ਨੇ ਰੰਚਕ ਮਾਤਰ ਵੀ ਸ਼ੰਕਾ ਨਾ ਕੀਤਾ। ਸਿੱਖ ਸੋ ਪ੍ਰਸੰਨ ਪਏ, ਦੁਸ਼ਟ ਸਾਬ ਭ੍ਰਿਸ਼ਟ ਭਏ। ਜਿਹੜੇ ਦੁਸ਼ਟ ਨੇ ਭਾਈ ਸਾਹਿਬ ਜੀ ਨੇ ਜਦੋਂ ਸ਼ਹੀਦ ਕੀਤਾ, ਹੁਣ ਉਹ ਭ੍ਰਿਸ਼ਟੇ ਗਏ ਨੇ ਤੇ ਗੁਰੂ ਕੇ ਸਿੱਖਾਂ ਦੇ ਵਿੱਚ ਵਧਾਈਆਂ ਵੱਜੀਆਂ ਨੇ, ਜੈਕਾਰੇ ਛੱਡ ਰਹੇ ਨੇ ਗੁਰੂ ਕੇ ਸਿੱਖ। ਗਿਆਨ ਕੀ ਖੜਗ ਸੋ ਸਮਾਰੇ ਜੋ ਰੰਗ ਜੀ। ਭਾਈ ਮਨੀ ਸਿੰਘ ਜੀ ਜੋ ਗਿਆਨ ਦੀ ਖੜਗ ਨੇ, ਗਿਆਨ ਦੀ ਤਲਵਾਰ, ਕਿੰਨਿਆਂ ਨੂੰ ਪੜ੍ਹਾਇਆ ਉਹਨਾਂ ਨੇ। ਉਹਨਾਂ ਦੀ ਚਲਾਈ ਹੋਈ ਟਕਸਾਲ ਅੱਜ ਵੀ ਕਾਇਮ ਹੈ ਅੰਮ੍ਰਿਤਸਰ ਦੇ ਵਿੱਚ, ਸੱਤੋ ਵਾਲੀ ਗਲੀ, ਜਿਨ੍ਹਾਂ ਨੂੰ ਗਿਆਨੀਆਂ ਦੀ ਸੰਪਰਦਾ ਕਿਹਾ ਜਾਂਦਾ। ਕਿੰਨੇ ਮਹਾਂਪੁਰਖ ਪੜ੍ਹਾਏ ਨੇ। ਕਹਿੰਦੇ ਭਾਈ ਮਨੀ ਸਿੰਘ ਜੀ ਗਿਆਨ ਦੀ ਖੜਗ ਨੇ, ਵਿਦਵਾਨ ਹਨ। ਗੁਰ ਸਿੱਖ ਕਹਾਵੇ ਜੋ ਕਰਨੀ ਜਹ ਕਮਾਵੇ ਸੋ। ਭਾਈ ਮਨੀ ਸਿੰਘ ਜੀ ਉਹ ਵਾਕਿਆ ਹੀ ਅਸਲ ਦੇ ਵਿੱਚ ਗੁਰੂ ਕੇ ਸਿੱਖ ਹੋ ਨਿਬੜੇ ਨੇ, ਜਿਹੜੇ ਕਹਿਣੀ ਅਤੇ ਕਰਨੀ ਵਿੱਚ ਪੂਰੇ ਹਨ। ਮਣੀ ਸਿੰਘ ਕੁੱਲ ਭਇਓ ਕੋ ਰਾਣਾ ਔਰ ਰੰਕ ਜੀ। ਭਾਈ ਮਨੀ ਸਿੰਘ ਜੀ ਦੇ ਬਰਾਬਰ ਨਾ ਕੋਈ ਰਾਜਾ, ਨਾ ਕੋਈ ਰਾਣਾ, ਕੋਈ ਮੁੱਲਾ ਮਲਾਣਾ, ਕੋਈ ਰਾਜਾ ਇਹਨਾਂ ਦੇ ਬਰਾਬਰ ਨਹੀਂ ਹੈ। ਮਣੀ ਸਿੰਘ ਮਰਨ ਮੰਡਿਓ, ਸਿੱਖਨ ਸ਼ਰਾਪ ਪਛਾਣ। ਭਾਈ ਮਨੀ ਸਿੰਘ ਜੀ ਨੇ ਸਿੱਖਾਂ ਦਾ ਬਚਨ ਸੱਤ ਕਰਕੇ ਮੰਨਿਆ ਤੇ ਆਪਣਾ ਮਰਨਾ ਕਬੂਲ ਕੀਤਾ ਹੈ। ਚੌਕ ਨਿਕਾਸ ਲਾਹੌਰ ਮੈਂ ਚੱਲਿਓ ਵਜਾਏ ਨਿਸ਼ਾਨ। ਸਾਧ ਸੰਗਤ ਜੀ ਨਖਾਸ ਚੌਂਕ ਦੇ ਵਿੱਚ ਸਾਰਿਆਂ ਦੇ ਸਾਹਮਣੇ ਨਿਸ਼ਾਨ ਵਜਾ ਕੇ, ਨਿਸ਼ਾਨ ਕਹਿੰਦੇ ਨੇ ਨਗਾਰੇ ਨੂੰ,
ਨਗਾਰਾ ਵਜਾ ਕੇ ਸਾਰਿਆਂ ਦੇ ਸਾਹਮਣੇ ਆਪਣੀ ਸ਼ਹੀਦੀ ਦਿੱਤੀ ਹੈ। ਦੋਹਰਾ ਮਣੀ ਸਿੰਘ ਕੇ ਸਾਥ ਜੋ ਫੜੇ ਸਿੰਘ ਥੇ ਔਰ ਭਾਈ ਮਨੀ ਸਿੰਘ ਸਾਹਿਬ ਜੀ ਦੇ ਨਾਲ ਜਿਹੜੇ ਹੋਰ 8-10 ਸਿੱਖ ਫੜੇ ਸਨ। ਮਾਰੇ ਚਰਖ ਚੜਾਏ ਕੈ ਚੌਂਕ ਨਕਾਸ ਲਾਹੌਰ। ਜਦੋਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਜਿਹੜੇ ਸਿੱਖ ਬਾਕੀ ਫੜੇ ਸੀ ਉਹਨਾਂ ਨੂੰ ਵੀ ਫੜ ਕੇ ਨਖਾਸ ਚੌਂਕ ਦੇ ਵਿੱਚ ਲਾਹੌਰ, ਉਹ ਹਜੇ ਵੀ ਉਹ ਚੌਂਕ ਵੱਜਦਾ, ਹਜੇ ਵੀ ਉਹ ਚੌਂਕ ਕਾਇਮ ਹੈ। ਸੰਗਤਾਂ ਜਿਹੜੀਆਂ ਪਾਕਿਸਤਾਨ ਜਾਂਦੀਆਂ ਉਹ ਦਰਸ਼ਨ ਕਰਦੀਆਂ, ਕਹਿੰਦੇ ਉਹਨਾਂ ਸਿੱਖਾਂ ਨੂੰ ਚਰਕੜੀ ਤੇ ਚਾੜ ਕੇ ਹੱਡੀ ਹੱਡੀ ਤੋੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸਤਰੇ ਸਹਿ 95 ਖਾਨ ਬਹਾਦਰ ਨਵਾਬ। ਸਾਰ ਸੰਗਤ ਜੀ ਸਨ 1795 ਬਿਕਰਮੀ ਦੇ ਵਿੱਚ ਖਾਨ ਬਹਾਦਰ ਜ਼ਕਰੀਆ ਖਾਨ ਇਹ ਲਾਹੌਰ ਦੀ ਗੱਦੀ ਤੇ ਬੈਠਾ ਹੈ। ਹੁਣ ਬਹੁਤ ਦੁੱਖ ਸਿੰਘਣ ਦਿਓ ਪਾਪੀ ਵੱਡੋ ਖਰਾਬ। ਇਹ ਜ਼ਕਰੀਆ ਖਾਨ ਇਹ ਵੱਡਾ ਪਾਪੀ, ਇਹਨੇ ਸਿੱਖਾਂ ਨੂੰ ਬੜੇ ਦੰਡ ਦਿੱਤੇ, ਬੜੇ ਸਿੱਖਾਂ ਨੂੰ ਕਤਲ ਕੀਤਾ। ਭਾਈ ਤਾਰੂ ਸਿੰਘ ਮਹਾਂਪੁਰਖਾਂ ਨੂੰ ਇਹਨੇ ਸ਼ਹੀਦ ਕਰਵਾਇਆ। ਛੋਟਾ ਘੱਲੂਘਾਰਾ ਇਹਦੀ ਵਜ੍ਹਾ ਕਰਕੇ ਹੋਇਆ। ਤੇ ਕਹਿੰਦੇ ਇਸ ਪ੍ਰਕਾਰ ਇਹ ਜ਼ਕਰੀਆ ਖਾਨ ਨੇ ਬੜੇ ਦੁੱਖ ਦਿੱਤੇ ਹਨ। ਮਣੀ ਸਿੰਘ ਜਬ ਮਾਰਿਓ ਬੰਦ ਬੰਦ ਦਿਸ਼ਾ ਕਟਾਏ। ਜਦੋਂ ਭਾਈ ਮਨੀ ਸਿੰਘ ਜੀ ਦੀ ਬੰਦ ਕੱਟ ਕੇ ਸ਼ਹੀਦੀ ਹੋਈ ਹੈ ਔਰ ਸਿੰਘ ਤੇ ਜੋ ਮਰੇ ਕੋ ਸਭ ਸੰਗੈ ਗਨਾਏ। ਤੇ ਬਾਕੀ ਜਿਹੜੇ ਸਿੰਘ ਸ਼ਹੀਦ ਹੋਏ ਨੇ ਇਹ ਜ਼ਕਰੀਆ ਖਾਨ ਦੇ ਹੁਕਮ ਦੇ ਨਾਲ ਮਰੇ ਹਨ, ਸ਼ਹੀਦ ਹੋਏ ਹਨ। ਕਈ ਚਰਖ ਕਈ ਫਾਂਸੀ ਮਾਰੇ। ਹੁਣ ਸਾਰ ਸੰਗਤ ਜੀ ਤੁਸੀਂ ਸਰਵਣ ਕਰੋ ਕਿ ਉਸ ਵੇਲੇ ਸਿੱਖਾਂ ਨੂੰ ਕਿਵੇਂ ਕਿਵੇਂ ਮਾਰਿਆ ਜਾਂਦਾ ਸੀ। ਹੁਣ ਭਾਈ ਰਤਨ ਸਿੰਘ ਜੀ ਭੰਗੂ ਦੱਸਣ ਲੱਗੇ ਨੇ ਕਿ ਦੁਸ਼ਮਣ ਨੇ, ਸਮੇਂ ਦੀ ਸਰਕਾਰ ਨੇ ਹਰ ਉਹ ਵਸੀਲਾ ਇਸਤੇਮਾਲ ਕੀਤਾ ਜਿਸ ਕਰਕੇ ਬੜੇ ਦੁੱਖ ਦੇ ਨਾਲ ਸਿੱਖਾਂ ਨੂੰ ਮਾਰਿਆ ਜਾਵੇ, ਐਨ ਤੜਫਾ ਕੇ। ਹੁਣ ਦੱਸਣ ਲੱਗੇ ਕਹਿੰਦੇ ਕਈ ਚਰਖ ਕਈ ਫਾਂਸੀ ਮਾਰੇ। ਕਈਆਂ ਨੂੰ ਚਰਖੜੀਆਂ ਤੇ ਬੰਨ੍ਹ ਕੇ ਘੁਮਾਇਆ ਜਾਂਦਾ ਸੀ, ਸਾਰਾ ਦਿਨ ਉਹਨਾਂ ਦੀਆਂ ਹੱਡੀਆਂ ਤੁੰਬਾ ਕੀਤੀਆਂ ਜਾਂਦੀਆਂ ਸੀ। ਕਈਆਂ ਨੂੰ ਫਾਂਸੀ ਦੇ ਉੱਤੇ ਲਟਕਾ ਕੇ ਮਾਰਿਆ ਜਾਂਦਾ ਸੀ। ਕਈਆਂ ਨੂੰ ਤੋਪਾਂ ਦੇ ਅੱਗੇ ਬੰਨ੍ਹ ਦੇਣਾ ਰੱਸਿਆਂ ਦੇ ਨਾਲ, ਤੋਪ ਦੇ ਮੂੰਹ ਦੇ ਅੱਗੇ, ਤੇ ਤੋਪ ਦਾ ਗੋਲਾ ਚਲਾ ਦੇਣਾ, ਸਰੀਰ ਇੱਕਦਮ ਫਟ ਜਾਣਾ ਸਿੰਘਾਂ ਦਾ। ਕਈ ਤੋਪਾਂ ਦੇ ਅੱਗੇ ਮਾਰੇ ਨੇ ਖੜਾ ਕੇ, ਤੇ ਕਈਆਂ ਦੀਆਂ ਗਰਦਨਾਂ ਦੇ ਉੱਤੇ ਛੁਰੀ ਚਲਾ ਕੇ ਨਾ, ਜਿਵੇਂ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕੀਤਾ ਜਲਾਦਾਂ ਨੇ, ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ, ਕਹਿੰਦੇ ਉਵੇਂ ਗੁਰੂ ਕੇ ਸਿੱਖਾਂ ਦੇ ਉੱਤੇ ਹੌਲੀ ਹੌਲੀ ਛੁਰੀ ਚਲਾ ਕੇ ਗਰਦਨ ਦੇ ਉੱਤੇ ਕਈ ਇੱਦਾਂ ਮਾਰਦੇ ਸਨ। ਤੇ ਕਈਆਂ ਦੇ ਸਿਰਾਂ ਨੂੰ ਮੁੰਗਲੀਆਂ ਦੇ ਨਾਲ ਕੁੱਟਿਆ ਜਾਂਦਾ ਸੀ। ਸਾਰ ਸੰਗਤ ਜੀ ਧਰਤੀ ਤੇ ਲੰਮਾ ਪਾ ਦੇਣਾ ਹੱਥ ਪੈਰ ਬੰਨ੍ਹ ਕੇ, ਤੇ ਮੁੰਗਲੀਆਂ, ਜਿਵੇਂ ਉਹ ਭਲਵਾਨ ਮੁੰਗਲੀਆਂ ਫੇਰਦੇ ਨੇ ਅਖਾੜਿਆਂ ਦੇ ਵਿੱਚ, ਵੱਡੇ ਲੱਕੜ ਦੇ ਸੋਟੇ, ਉਹਨਾਂ ਸੋਟਿਆਂ ਦੇ ਨਾਲ ਸਿਰ ਫੇਹ ਕੇ ਸਿੱਖਾਂ ਦਾ ਫਿਰ ਉਹਨਾਂ ਨੂੰ ਖਤਮ ਕੀਤਾ ਜਾਂਦਾ ਰਿਹਾ। ਕਈ ਸਿੱਖਾਂ ਦੇ ਸਰੀਰਾਂ ਦੇ ਉੱਤੇ ਪੱਥਰ ਰੱਖ ਕੇ ਸੰਗਲਾਂ ਨਾਲ ਬੰਨ੍ਹ ਕੇ ਡੂੰਘੇ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਸੀ, ਡਬੋ ਕੇ ਮਾਰਿਆ ਜਾਂਦਾ ਸੀ। ਤੇ ਕਈਆਂ ਨੂੰ ਘੋੜਿਆਂ ਦੇ ਪਿੱਛੇ ਘਸੀਟ ਕੇ, ਹਾਥੀ ਦੇ ਪਿੱਛੇ ਹੱਥ ਪੈਰ ਬੰਨ੍ਹ ਕੇ, ਲੱਤਾਂ ਬੰਨ੍ਹ ਕੇ ਫਿਰ ਸਾਰੇ ਲਾਹੌਰ ਦੇ ਵਿੱਚ ਫਿਰਾਇਆ ਜਾਂਦਾ, ਗਲੀਆਂ ਵਿੱਚ ਇਵੇਂ ਘੜੀਸ ਕੇ ਸਿੱਖਾਂ ਨੂੰ ਮਾਰਿਆ ਜਾਂਦਾ। ਤੇ ਕਈਆਂ ਸਿੱਖਾਂ ਨੂੰ ਜਿਉਂਦਿਆਂ ਨੂੰ ਦੱਬ ਦਿੰਦੇ ਸੀ, ਤਾਬੂਤ ਦੇ ਵਿੱਚ ਜਿਉਂਦਿਆਂ ਨੂੰ ਹੀ ਧਰਤੀ ਦੇ ਵਿੱਚ ਦੱਬ ਦਿੰਦੇ ਸੀ। ਫਿਰ ਕਿਸੇ ਸਿੱਖ ਨੂੰ ਅੱਧਾ ਧਰਤੀ ਦੇ ਵਿੱਚ ਦੱਬ ਦੇਣਾ ਲੱਕ ਤਾਈਂ, ਤੇ ਸ਼ਿਕਾਰੀ ਕੁੱਤੇ ਛੱਡ ਦੇਣੇ ਉੱਪਰ ਸਿੱਖਾਂ ਦੇ। ਇਹ ਇਸ ਪ੍ਰਕਾਰ ਮਾਰਦੇ ਸੀ। ਕਈਆਂ ਨੂੰ ਦੱਬ ਕੇ ਮਾਰਦੇ ਸੀ, ਫਿਰ ਕਈਆਂ ਨੂੰ ਟੰਗ ਕੇ ਮਾਰਦੇ ਸੀ। ਦਰਖਤਾਂ ਦੇ ਨਾਲ ਸਿੱਖਾਂ ਦੇ ਸਿਰ ਬੰਨ੍ਹ ਦੇਣੇ ਹੱਥ ਪਿੱਛੇ ਕਰਕੇ, ਤੇ ਫਿਰ ਬੰਦੂਕਾਂ ਦਾ ਨਿਸ਼ਾਨਾ ਲਗਵਾਉਂਦੇ ਸੀ ਵੀ ਹੁਣ ਆਪਣੀ ਪ੍ਰੈਕਟਿਸ ਕਰੋ ਬੰਦੂਕ ਚਲਾਉਣ ਦੀ। ਇਵੇਂ ਫਿਰ ਸਿੱਖਾਂ ਨੂੰ ਬੰਦੂਕਾਂ ਦੇ ਨਾਲ ਵੀ ਮਾਰਦੇ। ਕਹਿੰਦੇ ਖਾਲਸਾ ਜੀ ਕਿੱਥੋਂ ਤੱਕ ਗਿਣਤੀ ਕਰੀਏ, ਕਿੰਨੇ ਹਜ਼ਾਰ ਸਿੰਘ ਇਸ ਪ੍ਰਕਾਰ ਮਾਰੇ। ਕਈਆਂ ਨੂੰ ਮੁੰਗਲੀਆਂ ਦੇ ਨਾਲ, ਕਈਆਂ ਨੂੰ ਤੋਪਾਂ ਦੇ ਅੱਗੇ ਬੰਨ੍ਹ ਕੇ, ਕਈਆਂ ਨੂੰ ਘੋੜਿਆਂ ਪਿੱਛੇ ਘੜੀਸ ਕੇ, ਕਈਆਂ ਨੂੰ ਪਾਣੀ 'ਚ ਡਬੋ ਕੇ, ਕਈਆਂ ਨੂੰ ਚਰਖੜੀ ਚਾੜ ਕੇ, ਕਈਆਂ ਨੂੰ ਅੱਗ ਲਾ ਕੇ ਮਾਰਿਆ ਜਾਂਦਾ ਸੀ। ਤੇ ਕਈਆਂ ਦੀਆਂ ਟੰਗਾਂ ਉਹ ਅਲੱਗ ਕਰਕੇ ਫਿਰ ਉਹਨਾਂ ਨੂੰ ਵਿੱਚੋਂ ਤੋੜ ਦਿੱਤਾ ਜਾਂਦਾ। ਤੇ ਕਈਆਂ ਨੂੰ ਨਾ ਬਿਠਾ ਕੇ, ਅੱਖਾਂ ਦੇ ਪੱਟੀ ਬੰਨ੍ਹ ਕੇ, ਤੇ ਤੇਗਾਂ ਦੇ ਨਾਲ, ਤਲਵਾਰਾਂ ਦੇ ਨਾਲ ਉਹਨਾਂ ਦੀ ਧੌਣ ਵੱਢ ਦਿੱਤੀ ਜਾਂਦੀ ਸਿੱਖਾਂ ਦੀ।
ਕਿਸੈ ਹੱਥ ਕਿਸੈ ਟੰਗ ਕਟਵਾਏ। ਤੇ ਕਈਆਂ ਨੂੰ ਬੜੀ ਬੇਦਰਦੀ ਦੇ ਨਾਲ ਉਹਨਾਂ ਦੀਆਂ ਬਾਹਾਂ ਕੱਟ ਦੇਣੀਆਂ, ਲੱਤਾਂ ਕੱਟ ਦੇਣੀਆਂ, ਫਿਰ ਉਹਨਾਂ ਨੂੰ ਇਸੇ ਤਰ੍ਹਾਂ ਜਿਉਂਦਾ ਰੱਖਿਆ ਜਾਂਦਾ ਵੀ ਇਹ ਸਿੱਖ ਤੜਫੇ, ਇਹਨੂੰ ਦਰਦ ਹੋਵੇ ਹੋਰ। ਫਿਰ ਜਦੋਂ 1-1.5 ਹਫ਼ਤਾ ਸਿੱਖ ਤੜਫਦਾ ਸੀ, ਫਿਰ ਉਹਦੀ ਗਰਦਨ ਐਂਡ ਦੇ ਵਿੱਚ ਅਖੀਰ ਵਿੱਚ ਵੱਢੀ ਜਾਂਦੀ ਸੀ। ਅੱਖ ਕੱਢ ਕਿਸੈ ਖਲ ਕਢਵਾਏ। ਸਾਧ ਸੰਗਤ ਜੀ, ਕਿਸੇ ਸਿੱਖ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ ਲੋਹੇ ਦੀਆਂ ਸਲਾਖਾਂ ਮਾਰ ਕੇ, ਤੇ ਕਿਸੇ ਸਿੱਖ ਦੀ ਬਾਹਾਂ ਵੱਢ ਦਿੱਤੀਆਂ ਜਾਂਦੀਆਂ, ਕਿਸੇ ਦੀਆਂ ਟੰਗਾਂ ਕੱਟ ਦਿੱਤੀਆਂ ਜਾਂਦੀਆਂ। ਕੇਸਨ ਵਾਲੋ ਜੋ ਨਰ ਹੋਈ। ਹੁਣ ਕਹਿੰਦੇ ਨੇ ਪੂਰੇ ਪੰਜਾਬ ਦੇ ਵਿੱਚ ਢੰਡੋਰਾ ਪਟਵਾ ਦਿੱਤਾ, ਕੇਸਨ ਵਾਲੇ ਜੋ ਨਰ ਹੋਈ, ਵੀ ਜਿਹੜਾ ਵੀ ਬੰਦਾ ਜਿਹਦੇ ਸਿਰ ਦੇ ਉੱਤੇ ਕੋਈ ਕੇਸ ਦਿਖ ਜਾਵੇ, ਦੇਖਿਆ ਜਾਵੇ ਵੀ ਪੰਜਾਬ ਦੇ ਵਿੱਚ ਕਿਹਦੇ ਸਿਰ ਦੇ ਉੱਤੇ ਕੇਸ ਹੈ, ਕਿਹਦੇ ਮੂੰਹ ਦੇ ਉੱਤੇ ਦਾੜੀ ਹੈ, ਜਿਹੜਾ ਕੋਈ ਕੇਸਾਂ ਵਾਲਾ ਨਜ਼ਰ ਆਉਂਦਾ ਹੈ, ਬਾਲ ਬਿਰਦ ਲੱਭ ਸਕੈ ਨਾ ਕੋਈ। ਐਲਾਨ ਕਰ ਦਿੱਤਾ ਲਾਹੌਰ ਤਖਤ ਤੋਂ ਕਿ ਜਿਹੜਾ ਵੀ ਕੋਈ ਕੇਸਾਂ ਵਾਲਾ ਹੈ, ਜਿਹਦੇ ਸਿਰ ਦੇ ਉੱਤੇ ਜੂੜਾ ਹੈ, ਕੇਸ ਹੈ, ਪੱਗ ਬੰਨੀ ਹੈ, ਚਾਹੇ ਉਹ ਬੱਚਾ ਹੋਵੇ, ਬਾਲ ਬਿਰਦ ਲੱਭ ਛੱਡੋ ਨਾ ਕੋਈ। ਕਹਿੰਦੇ ਨਾ ਕਿਸੇ ਬੱਚੇ ਨੂੰ ਜਿਉਂਦਾ ਛੱਡੋ, ਨਾ ਬਜ਼ੁਰਗ ਨੂੰ, ਤੇ ਨੌਜਵਾਨਾਂ ਨੂੰ ਤਾਂ ਛੱਡਣਾ ਹੀ ਕੀ ਹੈ। ਜਿਹਦੇ ਸਿਰ ਦੇ ਉੱਤੇ ਕੇਸ ਦਿਖਣ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ। ਵਿੱਚ ਮਾਰਿਓ ਹਕੀਕਤ ਰਾਏ। ਸਾਧ ਸੰਗਤ ਜੀ, ਇਹਨਾਂ ਦਿਨਾਂ ਦੇ ਵਿੱਚ ਹੀ ਸ਼ਹੀਦੀ ਹੋਈ ਹੈ ਇੱਕ ਬੱਚੇ ਦੀ, ਇੱਕ ਨੌਜਵਾਨ ਜਿਹਦਾ ਨਾਮ ਹੈ ਵੀਰ ਹਕੀਕਤ ਰਾਏ। ਇਹ ਅੱਜ ਸਾਡੇ ਪੰਜ ਦੀ ਤਰਾਸਦੀ ਹੈ, ਅਸੀਂ ਆਪਣੇ ਸ਼ਹੀਦਾਂ ਨੂੰ ਆਪ ਹੀ ਭੁੱਲ ਗਏ ਹਾਂ, ਤੇ ਦੂਜੇ ਧਰਮਾਂ ਵਾਲਿਆਂ ਨੇ ਅਪਣਾ ਲਿਆ ਵੀ ਇਹ ਸਾਡੇ ਸ਼ਹੀਦ ਨੇ, ਪਰ ਨਹੀਂ। ਆ ਵੇਖੋ ਇਸ ਕਥਾ ਦੇ ਵਿੱਚ ਨਾਮ ਆ ਰਿਹਾ ਹੈ ਵੀਰ ਹਕੀਕਤ ਰਾਏ ਜੀ। ਉਹਨਾਂ ਨੂੰ ਪਕੜ ਲਿਆ ਗਿਆ ਤੇ ਉਹਨਾਂ ਦੀ ਮਾਂ ਆਈ ਛਡਵਾਣ, ਕਹਿੰਦੇ ਮੇਰਾ ਪੁੱਤ ਸਿੱਖ ਨਹੀਂ। ਪਰ ਉਹ ਵੀਰ ਹਕੀਕਤ ਰਾਏ ਜੀ ਕਹਿੰਦੇ ਨਹੀਂ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਸਿੱਖ ਹਾਂ, ਮੈਨੂੰ ਕਤਲ ਕਰੋ। ਇਸ ਪ੍ਰਕਾਰ ਇਹਨਾਂ ਦਿਨਾਂ ਵਿੱਚ ਹੀ ਵੀਰ ਹਕੀਕਤ ਰਾਏ ਜੀ ਦੀ ਸ਼ਹੀਦੀ ਹੋਈ ਹੈ। ਜੈਸੇ ਬਣਿਓ ਮਾਸ ਹਿਤ ਖਾਵਤ ਰੋਟ ਬਣਾਈ। ਸਾਧ ਸੰਗਤ ਜੀ, 10ਵੇਂ ਪਾਤਸ਼ਾਹ ਮਹਾਰਾਜ ਦੀ ਪੰਕਤੀ ਹੈ, ਜੈਸੇ ਬਨਿਓ ਮਾਸ ਹਿਤ ਖਾਵਤ ਰੋਟ ਬਣਾਏ। ਕਹਿੰਦੇ ਜਿਹੜਾ ਬਾਣੀਆ ਹੁੰਦਾ ਨਾ, ਇਹਨਾਂ ਨੂੰ ਮਾਸ ਖਾਣ ਦੀ ਇਜਾਜ਼ਤ ਨਹੀਂ ਹੁੰਦੀ ਵੀ ਤੁਸੀਂ ਮਾਸ ਖਾਣਾ ਇਹਨਾਂ ਦੇ ਧਰਮ ਅਨੁਸਾਰ। ਫਿਰ ਇਹ ਕੀ ਕਰਦੇ ਨੇ, ਕੜਾਹੀ ਦੇ ਵਿੱਚ ਜਿਹੜੇ ਗੋਲ-ਗੋਲ ਪੱਥਰ ਹੁੰਦੇ ਨੇ, ਉਹਦੇ ਉੱਪਰ ਮਿਰਚ ਮਸਾਲੇ ਪਾ ਕੇ, ਵਧੀਆ ਪਕਵਾਨ ਮਸਾਲੇ ਜੇ ਪਾ ਕੇ, ਫਿਰ ਇਵੇਂ ਸਬਜ਼ੀ ਤਿਆਰ ਕਰਕੇ ਨਾ, ਫਿਰ ਉਸ ਪੱਥਰ ਨੂੰ ਚੂਸ ਕੇ ਮਾਸ ਦਾ ਸਵਾਦ ਲੈਂਦੇ ਸੀ। ਕਹਿੰਦੇ ਬਾਣੀਏ ਇਦਾਂ ਕਰਦੇ ਸੀ। ਜੈਸੇ ਬਨਿਓ ਮਾਸ ਹੀ, ਹੁਣ ਮਾਸ ਤਾਂ ਖਾ ਨਹੀਂ ਸਕਦੇ, ਤੇ ਇਵੇਂ ਵੱਟਿਆਂ ਨੂੰ ਨਾ ਪੱਥਰਾਂ ਨੂੰ ਚੂਸ ਕੇ ਫਿਰ ਮਾਸ ਦਾ ਸਵਾਦ ਲੈਂਦੇ ਸਨ। ਹੁਣ ਜਦੋਂ ਗੁਰੂ ਕੇ ਸਿੰਘਾਂ ਨੂੰ, ਖਾਲਸੇ ਪੰਥ ਨੂੰ ਇਵੇਂ ਕੋਹ ਕੇ ਮਾਰਿਆ ਜਾਣ ਲੱਗਾ, ਉੱਪਰ ਆਪ ਜੀ ਸੁਣ ਆਇਓ ਕਿ ਕਿਵੇਂ ਕਿਵੇਂ ਗੁਰੂ ਕੇ ਸਿੱਖਾਂ ਨੂੰ ਮਾਰਦੇ, ਪਾਣੀਆਂ 'ਚ ਡੋਬ ਕੇ, ਤੋਪਾਂ ਮੂਹਰੇ ਖੜਾ ਕੇ, ਮੁੰਗਲੀਆਂ ਦੇ ਨਾਲ ਕੁੱਟ ਕੇ, ਅੱਖਾਂ ਕੱਢ ਕੇ ਕਿਸੇ ਸਿੰਘ ਦੀਆਂ, ਕਿਸੇ ਨੂੰ ਘੋੜਿਆਂ ਪਿੱਛੇ ਘੜੀਸ ਕੇ। ਕਹਿੰਦੇ ਜਿਵੇਂ ਜਦੋਂ ਖਾਲਸੇ ਨੂੰ ਇੰਨਾ ਦੁੱਖ ਮਿਲਿਆ ਹੈ, 4 ਕੁੰਟ ਮੈਂ ਸ਼ੋਰ ਸੋ ਭਇਓ। 4 ਕੁੰਟਾਂ ਦੇ ਵਿੱਚ ਸਾਰੇ ਹਿੰਦੁਸਤਾਨ ਦੇ ਵਿੱਚ ਰੌਲਾ ਮਚ ਗਿਆ। ਸੋ ਸ਼ੋਰ ਸੁਣਿਆ ਹੋਏ ਥਾਹੀ, ਤੇ ਉਹ ਸ਼ੋਰ ਫਿਰ ਸੱਚੀ ਦਰਗਾਹ ਦੇ ਵਿੱਚ ਵੀ ਸੁਣਿਆ ਗਿਆ। ਹੋਤੀ ਅਦਾਲਤ ਜਹ ਦਰਗਾਹ। ਸਾਧ ਸੰਗਤ ਜੀ, ਜਦੋਂ ਗਰੀਬਾਂ ਦੇ ਉੱਪਰ ਕੋਈ ਜ਼ੁਲਮ ਹੁੰਦਾ ਹੈ ਨਾ, ਜਦੋਂ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ, ਉਸ ਵੇਲੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਅਰਦਾਸ ਕਬੂਲ ਹੁੰਦੀ। ਜਦੋਂ ਗਰੀਬਾਂ ਦੇ ਜੇਨ ਦੇ ਵਿੱਚੋਂ ਹਾਏ ਨਿਕਲਦੀਆਂ ਨਾ, ਉਸ ਵੇਲੇ ਫਿਰ ਪਰਮੇਸ਼ਰ ਵੀ ਦੁਖੀ ਹੁੰਦਾ ਹੈ। ਚੌਪਈ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਾ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਹੁੰਦਾ ਤਾਂ ਪਰਮੇਸ਼ਰ ਵੀ ਦੁਖੀ ਹੁੰਦਾ। ਕਹਿੰਦੇ ਗੁਰੂ ਕੇ ਸਿੱਖਾਂ ਦੀ ਫਰਿਆਦ ਫਿਰ ਸੱਚੀ ਦਰਗਾਹ ਦੇ ਵਿੱਚ ਸੁਣੀ ਗਈ ਹੈ। ਉਸ ਵੇਲੇ ਅਕਾਲ ਪੁਰਖ ਨੇ ਮੁਹੰਮਦ ਸਾਹਿਬ ਨੂੰ ਸੱਦਿਆ, ਜੋ ਇਸਲਾਮ ਧਰਮ ਦੇ ਪੈਗੰਬਰ ਹਨ, ਤੇ ਉਹਨਾਂ ਨੂੰ ਦੂਰ ਬਿਠਾਇਆ ਦਰਗਾਹ ਦੇ ਵਿੱਚ। ਪੈਗੰਬਰ ਮੁਹੰਮਦ ਸਾਹਿਬ ਨੂੰ ਦਰਗਾਹ ਵਿੱਚ ਤਲਬ ਕੀਤਾ ਗਿਆ ਤੇ ਉਹਨਾਂ ਨੂੰ ਦੂਰ ਬਿਠਾਇਆ ਗਿਆ। ਤੇ ਅਕਾਲ ਪੁਰਖ ਨੇ ਆਖਿਆ, ਮੁਹੰਮਦ ਸਾਹਿਬ ਜੀ, ਤੁਹਾਡੀ ਉਮਤ ਹੁਣ ਖੁਆਰ ਹੋ ਚੁੱਕੀ ਆ। ਇਹ ਜਿਹੜੇ ਮੁਸਲਮਾਨ ਨੇ ਤੁਹਾਡੀ ਉਮਤ ਹੈ,
ਇਹ ਤੁਹਾਡੇ ਬੰਦੇ ਨੇ ਤੇ ਇੰਨਾ ਜ਼ੁਲਮ ਕਰ ਰਹੇ ਨੇ ਜਨਤਾ ਦੇ ਉੱਤੇ, ਤੇ ਇਹ ਹੁਣ ਖੁਆਰ ਹੋ ਚੁੱਕੇ ਹਨ। ਆਵੋ ਰਹੇ ਤੂੰ ਹਮ ਦਵਾਰ। ਇਸ ਕਰਕੇ ਹੁਣ ਅੱਜ ਤੋਂ ਬਾਅਦ ਤੁਸੀਂ ਸਾਡੇ ਦਰਵਾਜ਼ੇ ਤੇ ਨਹੀਂ ਆਉਣਾ। ਮੁਹੰਮਦ ਸਾਹਿਬ ਜੀ ਤੁਸੀਂ ਵੀ ਖੁਆਰ ਹੋਏ ਹੋ। 12 ਸਦੀ ਕੋਹੇ ਪੂਰੀ ਭਈ। 12 ਸਦੀਆਂ ਉਹ ਤੁਹਾਡੀਆਂ ਪੂਰੀਆਂ ਹੋ ਚੁੱਕੀਆਂ ਹਨ। ਅਬੈ ਸਦੀ ਖਾਲਸਾ ਕੀ ਆਈ। ਤੇ ਹੁਣ ਖਾਲਸੇ ਦੀ ਸਦੀ ਆਵੇਗੀ। ਹੁਣ ਰਾਜ ਖਾਲਸੇ ਪੰਥ ਦਾ ਹੋਵੇਗਾ। ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਆਵਾਜ਼ ਦਿੱਤੀ ਗਈ ਹੈ, ਉਹਨੇ ਬੁਰਾਈ ਬਹੁਤ ਕਰ ਲਈ। ਕਿਉਂਕਿ ਤੁਸੀਂ ਅਤੇ ਤੁਹਾਡੀ ਉਮਤ ਨੇ ਬੜੀ ਬੁਰਾਈ ਕੀਤੀ ਹੈ ਧਰਤੀ ਉੱਤੇ, ਆਪੇ ਲੜ ਮਰ ਜਾਓ ਮੁਕਈ। ਤੇ ਤੁਸੀਂ ਹੁਣ ਆਪੇ ਹੀ ਲੜ ਮਰ ਕੇ ਖਤਮ ਹੋ ਜਾਓਗੇ। ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਇਹ ਫੈਸਲਾ ਹੋ ਰਿਹਾ, ਹਜੇ ਧਰਤੀ ਦੇ ਉੱਤੇ ਨਹੀਂ ਇਹ ਵਾਪਰਿਆ। ਪਰ ਵੇਖੋ ਜਿਹੜਾ ਫੈਸਲਾ ਉੱਪਰ ਹੁੰਦਾ ਹੈ ਨਾ, ਤੇ ਹੁਣ ਧਰਤੀ ਦੇ ਉੱਤੇ ਕਿੱਦਾਂ ਵਾਪਰਦਾ ਹੈ। ਜੋ ਜਮ ਹੁਕਮ ਭਇਓ ਕਰਤਾਰ। ਇਸ ਪ੍ਰਕਾਰ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਸੱਚੀ ਦਰਗਾਹ ਦੇ ਵਿੱਚ, ਦਿੱਲੀ ਸੂਬੇ ਭਏ ਖੁਆਰ। ਤੇ ਦਿੱਲੀ ਦੇ ਜਿੰਨੇ ਸੂਬੇ ਸਨ, ਇਹ ਹਿੰਦੁਸਤਾਨ ਦੇ 22 ਸੂਬੇ, ਸਾਰਿਆਂ ਦੇ ਵਿੱਚ ਰੌਲਾ ਮਚਣ ਲੱਗਾ। ਸਾਧ ਸੰਗਤ ਜੀ, ਹਿੰਦੁਸਤਾਨ ਦੇ 22 ਸੂਬੇ ਸਨ ਤੁਰਕਾਂ ਦੇ। ਉਹ ਮੁਲਤਾਨ, ਕਾਬਲ, ਕੰਧਾਰ, ਲਾਹੌਰ, ਪਿਸ਼ੌਰ, ਇਹ ਦਿੱਲੀ, ਸਰਹੰਦ, ਇਵੇਂ ਤੁਰਕਾਂ ਦੇ 22 ਸੂਬੇ ਸਨ ਵੱਡੇ। ਆਪਸ ਮੈਂ ਵੈ ਕੱਟ ਗੱਲ ਲਈ। ਤੇ ਆਪਸ ਦੇ ਵਿੱਚ ਹੀ ਇਹ ਹੁਣ ਲੜਨ ਮਰਨ ਲੱਗੇ ਨੇ। ਦਿੱਲੀ ਵਾਲੇ ਲਾਹੌਰ ਦੀ ਗੱਲ ਨਹੀਂ ਸੁਣਦੇ, ਲਾਹੌਰ ਵਾਲੇ ਮੁਲਤਾਨ ਵਾਲਿਆਂ ਦੀ ਗੱਲ ਨਹੀਂ ਸੁਣਦੇ, ਤੇ ਮੁਲਤਾਨ ਵਾਲੇ ਪਿਸ਼ੌਰ ਦੀ ਗੱਲ ਨਹੀਂ ਸੁਣਦੇ, ਤੇ ਪਿਸ਼ੌਰ ਵਾਲੇ ਸਰਹੰਦ ਦੀ ਗੱਲ ਨਹੀਂ ਸੁਣਦੇ। ਇਸ ਪ੍ਰਕਾਰ ਆਪਸ ਦੇ ਵਿੱਚ ਹੀ ਇਹ ਖੁਆਰ ਹੋਣ ਲੱਗ ਪਏ। ਬਲਾਵਤ ਨਾਦਰ ਆਪੇ ਭਈ। ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਵਿੱਚੋਂ ਕਿਸੇ ਨੇ ਨਾਦਰ ਸ਼ਾਹ ਨੂੰ ਸੱਦ ਲਿਆ। ਨਾਦਰ ਸ਼ਾਹ ਜਿਹੜਾ ਉਧਰੋਂ ਆਇਆ ਸੀ ਕਾਬਲ ਕੰਧਾਰ ਤੋਂ, ਅਫਗਾਨਿਸਤਾਨ ਤੋਂ, ਤੇ ਉਹਨੂੰ ਸੱਦ ਲਿਆ ਵੀ ਹਿੰਦੁਸਤਾਨ ਦੇ ਵਿੱਚ ਸਥਿਤੀ ਡਾਵਾਂਡੋਲ ਹੈ, ਤੇ ਤੂੰ ਆ ਕੇ ਹਿੰਦੁਸਤਾਨ ਦੇ ਉੱਪਰ ਹਮਲਾ ਕਰ ਦੇ। ਤਬ ਦਰਗਾਹ ਮੁਕੀ ਭਈ ਪਰ ਦਿੱਲੀ ਮੁਹੰਮਦ ਸਾਹੀ। ਸਾਧ ਸੰਗਤ ਜੀ, ਉਸ ਵੇਲੇ ਫਿਰ ਦਰਗਾਹ ਦੇ ਵਿੱਚ ਜੋ ਫੈਸਲਾ ਹੋਇਆ, ਤੇ ਹੁਣ ਧਰਤੀ ਦੇ ਉੱਤੇ ਕਰੋਪੀ ਆਉਣ ਲੱਗੀ ਹੈ। ਹੁਣ ਨਾਦਰ ਸ਼ਾਹ ਚੜ੍ਹ ਕੇ ਆਉਣ ਲੱਗਾ ਹੈ। ਤੁਰਕਨ ਲੜਕੇ ਮੁਕਣ ਕੋ ਭੇਜਿਓ ਨਾਦਰ ਸਾਹੀ। ਇਹਨਾਂ ਤੁਰਕਾਂ ਨੂੰ ਮੁਕਾਉਣ ਵਾਸਤੇ ਪਰਮੇਸ਼ਰ ਨੇ ਨਾਦਰ ਸ਼ਾਹ ਨੂੰ ਭੇਜਿਆ ਹੈ। ਵੇਖੋ ਮਹਾਰਾਜ ਜੀ ਆਖਦੇ ਨਾ ਬਾਣੀ ਦੇ ਵਿੱਚ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸਨਾ ਹੋਈ। ਇੱਕ ਤੁਰਕਾਂ ਨੂੰ ਮਾਰਨ ਵਾਸਤੇ ਮਹਾਰਾਜ ਜੀ ਨੇ ਉਧਰੋਂ ਨਾਦਰ ਸ਼ਾਹ ਨੂੰ ਚੜਾ ਕੇ ਲਿਆ ਰਹੇ ਨੇ ਹਿੰਦੁਸਤਾਨ ਦੇ ਵਿੱਚ। ਜਬ ਨਾਦਰ ਸ਼ਾਹ ਪੁੱਜਿਆ ਲਾਹੌਰ। ਸਾਧ ਸੰਗਤ ਜੀ, ਇਹ ਨਾਦਰ ਸ਼ਾਹ ਉਹ ਤੁਰਿਆ ਅਫਗਾਨਿਸਤਾਨ ਤੋਂ ਤੇ ਲਾਹੌਰ ਆਇਆ ਹੈ। ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜ਼ਿਕਰ ਮਿਲਦਾ ਹੈ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਹਿੰਦੁਸਤਾਨ ਡਰਾਇਆ ਤੇ ਖੁਰਾਸਾਨ ਤੋਂ ਜਿਵੇਂ ਬਾਬਰ ਆਏ ਸੀ ਨਾ ਚੜ ਕੇ, ਉਸੇ ਪ੍ਰਕਾਰ ਇਹ ਨਾਦਰ ਸ਼ਾਹ ਚੜ ਕੇ ਲਾਹੌਰ ਪਹੁੰਚਿਆ ਹੈ। ਖਾਨ ਬਹਾਦਰ ਮਿਲ ਗਏ ਔਰ। ਤੇ ਅੱਗੇ ਆ ਕੇ ਲਾਹੌਰ ਦੇ ਵਿੱਚ ਰਾਜ ਸੀ ਖਾਨ ਬਹਾਦਰ ਜ਼ਕਰੀਆ ਖਾਨ ਦਾ। ਜਦੋਂ ਨਾਦਰ ਸ਼ਾਹ ਚੱਲਿਆ, ਹੁਣ ਸਾਧ ਸੰਗਤ ਜੀ ਇਹ ਕਥਾ ਬੜੇ ਧਿਆਨ ਨਾਲ ਸਰਵਣ ਕਰਿਓ ਕਿ ਨਾਦਰ ਸ਼ਾਹ ਕਿਵੇਂ ਆਇਆ, ਕਿਵੇਂ ਇਸਨੇ ਹਿੰਦੁਸਤਾਨ ਨੂੰ ਲੁੱਟਿਆ। 2.5 ਲੱਖ ਫੌਜ ਲੈ ਕੇ ਆਇਆ ਸੀ ਨਾਦਰ ਸ਼ਾਹ ਅਫਗਾਨਿਸਤਾਨ ਤੋਂ, ਤੇ ਜਦੋਂ ਲਾਹੌਰ ਆਇਆ ਜ਼ਕਰੀਆ ਖਾਨ ਡਰ ਗਿਆ, ਤੇ ਜ਼ਕਰੀਆ ਖਾਨ ਲੜਿਆ ਨਹੀਂ, ਇਸਨੇ ਆਪਣੇ ਦਰਵਾਜ਼ੇ ਖੋਲ ਦਿੱਤੇ ਵੀ ਆਓ ਜੀ, ਮੈਂ ਤਾਂ ਤੁਹਾਡਾ ਖਿਦਮਤਦਾਰ ਆ। ਤੇ ਜ਼ਕਰੀਆ ਖਾਨ ਦੇ ਨਾਲ ਨਾਦਰ ਸ਼ਾਹ ਮਿਲਿਆ ਹੈ। 3 ਗੋਲਡ ਸ਼ਰਨ ਪਇਓ ਚੁਕਾਈ। ਉਸ ਵੇਲੇ ਜ਼ਕਰੀਆ ਖਾਨ ਨੇ ਲਾਹੌਰ ਦੇ ਖਜ਼ਾਨੇ ਵਿੱਚੋਂ 3 ਕਰੋੜ ਰੁਪਈਆ ਉਹਨਾਂ ਵੇਲਿਆਂ ਦੇ ਵਿੱਚ ਨਾਦਰ ਸ਼ਾਹ ਨੂੰ ਦਿੱਤਾ ਸੀ। ਸਿੰਘਣ ਦਿਲੇ ਵਧਾਈ ਭਾਈ। ਤੇ ਸਾਧ ਸੰਗਤ ਜੀ, ਇੱਧਰ ਸਿੰਘਾਂ ਨੇ ਮਨ ਵਿੱਚ ਵਧਾਈਆਂ ਵੱਜੀਆਂ ਨੇ ਵੀ ਚੰਗਾ ਹੋਇਆ ਨਾਦਰ ਸ਼ਾਹ ਆ ਗਿਆ, ਹੁਣ ਤੁਰਕਾਂ ਦਾ ਧਿਆਨ ਸਾਡੇ ਵੱਲੋਂ ਹਟ ਜਾਵੇਗਾ ਤੇ ਨਾਦਰ ਸ਼ਾਹ ਦੀ ਖਿਦਮਤ ਦੇ ਵਿੱਚ ਲੱਗਣਗੇ। ਤੇ ਸਿੰਘਾਂ ਨੂੰ ਥੋੜਾ ਜਿਹਾ ਸਮਾਂ ਮਿਲ ਗਿਆ ਆਪਣਾ ਰਾਜ ਭਾਗ ਵਧਾਉਣ ਦੇ ਲਈ। ਸਿੰਘਾਂ ਦੇ ਮਨ ਵਿੱਚ ਖੁਸ਼ੀ ਆਈ ਹੈ। ਔਰ ਜਗਤ ਮੈਂ ਮਰ ਗਿਆ ਸੋਨਾ। ਤੇ ਇੱਧਰ ਜਗਤ ਦੇ ਵਿੱਚ ਰੌਲਾ ਪੈ ਗਿਆ ਪੂਰੀ ਦੁਨੀਆ ਦੇ ਵਿੱਚ। ਲਾਗੇ ਸਿੰਘ ਕਰਨ ਫਿਰ ਦੌਰ। ਤੇ ਸਿੰਘ ਇੱਧਰ ਮਾਰਾ ਬਕਾਰਾ ਕਰਨ ਲੱਗ ਪਏ। ਹੁਣ ਸਿੰਘ ਵੀ ਆਪਣਾ ਹੱਥ ਸਾਫ਼ ਕਰਨ ਲੱਗ ਪਏ ਤੁਰਕਾਂ ਤੇ। ਪਾਵਨ ਤੇ ਜੋ ਆਵੇ ਸਾਥ।
ਜਿਹੜਾ ਵੀ ਕੋਈ ਕਾਬਲ ਦੇ ਰਸਤੇ ਤੋਂ ਇੱਧਰ ਨੂੰ ਆਉਂਦਾ ਲਾਹੌਰ ਵੱਲ ਜਾਂ ਦਿੱਲੀ ਵੱਲ ਨੂੰ ਜਿਹੜਾ ਜਾਂਦਾ ਸਿਸਾ ਸਿੰਘ ਮਿਲ ਮਾਰੇ ਹੱਥ ਤੇ ਸਿੰਘ ਉਹਨੂੰ ਹੀ ਲੁੱਟ ਕੇ ਆਪਣਾ ਹੱਥ ਸਾਫ਼ ਕਰ ਲੈਂਦੇ। ਦੋਹਰਾ ਸਭੈ ਖਾਲਸੇ ਦਾਉਦ ਕੋ ਹੋਸਹਿ ਖਾਹੇ ਸਰਬੱਤ। ਸਾਰ ਸੰਗਤ ਜੀ ਕਿਸੇ ਕਸ਼ਮਕਸ਼ ਦੇ ਵਿੱਚ ਸਿੰਘਾਂ ਦਾ ਦਾ ਲੱਗ ਪਿਆ। ਤੁਰਕ ਨਾਦਰ ਸ਼ਾਹ ਨੂੰ ਸੰਭਾਲਣ ਵਿੱਚ ਉਹ ਉਧਰ ਮਸ਼ਰੂਫ ਹੋ ਗਏ ਤੇ ਇੱਧਰ ਸਿੰਘਾਂ ਨੇ ਆਪਣੇ ਹੱਥ ਸਾਫ਼ ਕਰਨੇ ਸ਼ੁਰੂ ਕਰ ਦਿੱਤੇ। ਕਾਬਲ ਕੰਧਾਰ ਕੋ ਲਾਹੌਰ ਦਿੱਲੀ ਅਲਵਤ। ਕਾਬਲ ਕੰਧਾਰ ਤੱਕ ਗੁਰੂ ਕੇ ਸਿੱਖਾਂ ਨੇ ਮਾਰਾਂ ਮਾਰਨੀਆਂ ਸ਼ੁਰੂ ਕੀਤੀਆਂ ਹਨ, ਲਾਹੌਰ ਵਿੱਚ ਵੀ। ਚੌਪਈ ਜੋ ਦਿੱਲੀੋਂ ਬਲਾ ਤੁਰੈ ਕੰਧਾਰ। ਜਿਹੜਾ ਕੋਈ ਰਸਤੇ ਦੇ ਵਿੱਚ ਤੁਰਦਾ ਜਾਂਦਾ, ਕਿਸੇ ਨੇ ਦਿੱਲੀ ਤੋਂ ਕੋਈ ਲਾਹੌਰ ਜਾਣਾ, ਕੋਈ ਦਿੱਲੀ ਤੋਂ ਕਾਬਲ ਵੱਲ ਨੂੰ ਜਾਂਦਾ ਸੀ, ਮਿਲ ਸਿੰਘਾਂ ਦੇ ਸਲੇਵੈ ਮਾਰ। ਸਿੰਘ ਉਹਨਾਂ ਨੂੰ ਰਾਹ ਦੇ ਵਿੱਚ ਹੀ ਲੁੱਟ ਲੈਂਦੇ ਤੇ ਆਪਣਾ ਖਜ਼ਾਨਾ ਇਕੱਠਾ ਕਰ ਲੈਂਦੇ। ਗੁੱਜਰ ਖਾਲਸੇ ਆਸੀ ਕਰੀ। ਇਵੇਂ ਖਾਲਸੇ ਨੇ ਆਪਣੀ ਗੁਜਰਾਨ ਵਾਸਤੇ ਮਾਇਆ ਇਕੱਠੀ ਕਰ ਲਈ ਜਿਤਨੀ ਕਰੀ ਸੋ ਆਸੀ ਸਰੀ। ਤੇ ਜਿੰਨਾ ਵੀ ਕੁਝ ਇਕੱਠਾ ਹੋ ਸਕਿਆ ਸਿੰਘ ਕਹਿੰਦੇ ਆਈ ਭਲਾ ਹੈ, ਕਿਉਂਕਿ ਹਲੇ ਸਮਾਂ ਹੈ ਨਾ ਤੁਰਕ ਦਾ, ਇਹ ਇੱਧਰ ਨੂੰ ਲੱਗੇ ਹੋਏ ਨੇ ਨਾਦਰ ਸ਼ਾਹ ਦੇ ਕੋਲ ਤੇ ਇੰਨੇ ਆਪਾਂ ਮਾਰਾ ਬਕਾਰਾ ਕਰ ਲਈਏ, ਸ਼ੇਰ ਪੰਜਾ ਮਾਰ ਲਈਏ। ਨਗਦੀ ਘੋੜਾ ਆਸੋ ਮਾਲ। ਹਾਂ, ਸਿੰਘਾਂ ਨੇ ਇਹਨਾਂ ਤੁਰਕਾਂ ਦੇ ਕੁਝ ਨਗਦੀ ਕਿਸੇ ਦਾ ਸਰਕਾਰੀ ਖਜ਼ਾਨਾ ਲੁੱਟ ਲੈਣਾ, ਫਿਰ ਇਹਨਾਂ ਤੁਰਕਾਂ ਨੇ ਵਧੀਆ ਅਰਬੀ ਨਸਲ ਦੇ ਘੋੜੇ ਉਹ ਲੁੱਟ ਲੈਣੇ, ਹੱਥ ਕਰ ਲੈਣੇ। ਲੂਟ ਲਏ ਸਿੰਘ ਗੁਰੂ ਕੇ ਲਾਲ। ਹਾਂ, ਲੁੱਟਦੇ ਕੌਣ ਸੀ? ਗੁਰੂ ਕੇ ਲਾਲ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਲੂਟ ਕੂਟ ਖਾਵਨੇ ਕੋ ਡਾਢੇ ਉਸਤਾਦ ਜੂ। ਕਹਿੰਦੇ ਗੁਰੂ ਕੇ ਲਾਲ ਨੇ ਜਿਹੜੇ ਮਾਰਾ ਬਕਾਰਾ ਕਰਦੇ ਹਨ। ਸਿੰਘ ਕਹੇ ਹਮ ਦਾਤਾ ਆਇਓ। ਹਾਂ, ਸਿੰਘ ਕਹਿੰਦੇ ਨਾਦਰ ਸ਼ਾਹ ਚੰਗੇ ਵੇਲੇ ਆਇਆ, ਇਹ ਤਾਂ ਲੱਗਦਾ ਸਾਡੇ ਵਾਸਤੇ ਆਇਆ ਹੈ। ਤੁਰਕਣ ਸੋਨਰ ਤੁਰਕ ਖਪਾਇਓ। ਹਾਂ, ਕਹਿੰਦੇ ਮਹਾਰਾਜ ਨੇ ਦੇਖੋ ਕਿੰਨੀ ਕਿਰਪਾ ਕੀਤੀ, ਤੁਰਕਾਂ ਨੂੰ ਮਾਰਨ ਵਾਸਤੇ ਤੁਰਕ ਭੇਜ ਦਿੱਤਾ। ਇੱਧਰੋਂ ਤੁਰਕ ਤੇ ਉਧਰੋਂ ਨਾਦਰ ਸ਼ਾਹ, ਉਹ ਵੀ ਤੁਰਕ। ਕਹਿੰਦੇ ਮਹਾਰਾਜ ਤਾਂ ਗੱਲ ਹੀ ਬੜੀ ਵਧੀਆ ਬਣਾ ਦਿੱਤੀ। ਮੋਹ ਨਾਸ ਲੋਏ ਧਰਕੋ ਆਇਓ। ਇਹਨਾਂ ਦੋਹਾਂ ਦਾ ਨਾਸ਼ ਹੋਵੇਗਾ ਹੁਣ ਧਿਰਾਂ ਦਾ। ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ ਨਾ, ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ। ਕਿ ਮੁਗਲਾਂ ਤੇ ਪਠਾਣਾ ਦੀ ਇਹ ਤਾਂ ਸਦੀਆਂ ਤੋਂ ਲੜਾਈ ਲੱਗਦੀ ਆ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵੇਲੇ ਵੀ ਇਹੀ ਹਾਲ ਰਿਹਾ ਤੇ ਹੁਣ ਵੀ ਇਹੀ ਨੇ। ਤੁਰਕਾਂ ਨੂੰ ਮਾਰਨ ਵਾਸਤੇ ਮੁਗਲ, ਕਦੇ ਮੁਗਲਾਂ ਨੂੰ ਮਾਰਨ ਵਾਸਤੇ ਤੁਰਕ, ਕਦੇ ਪਠਾਨ, ਇਹਨਾਂ ਦੀ ਲੜਾਈ ਲੱਗੀ ਰਹਿੰਦੀ ਹੈ। ਹੁਣ ਖਾਲਸੇ ਵਾਧੋ ਬਣਾਇਓ। ਤੇ ਖਾਲਸੇ ਦਾ ਵਾਧਾ ਇੱਧਰ ਹੋਣ ਲੱਗਾ। ਖਾਲਸੇ ਨੂੰ ਥੋੜਾ ਜਿਹਾ ਸਮਾਂ ਮਿਲ ਗਿਆ। ਜਿਵੇਂ ਕੰਟਣ ਤੇ ਕੰਟੇ ਨਗਾਰਾਂ। ਕਹਿੰਦੇ ਜਿਵੇਂ ਕੰਡਾ ਪੈਰ ਦੇ ਵਿੱਚ ਚੁੱਭ ਜਾਵੇ, ਹੁਣ ਪੈਰ ਵਿੱਚ ਕੰਡਾ ਵੜ ਗਿਆ ਤੇ ਕੰਡੇ ਨੂੰ ਕੱਢਣ ਵਾਸਤੇ ਦੂਜਾ ਕੰਡਾ ਲੈ ਲਈਦਾ। ਕਹਿੰਦੇ ਜਿਵੇਂ ਕੰਡੇ ਤੋਂ ਕੰਡਾ ਕੱਢ ਦਈਦਾ ਹੈ। ਸੋ ਕੰਟਾ ਮੇਰਾ ਜੀਜਤ ਦਾਰਾ। ਕਹਿੰਦੇ ਫਿਰ ਉਹ ਕੰਡਾ ਕੱਢ ਕੇ ਕੋਈ ਆਪਣੇ ਕੋਲ ਤਾਂ ਨਹੀਂ ਨਾ ਕੰਡਾ ਰੱਖਦਾ, ਉਹ ਦੂਜੇ ਕੰਡੇ ਨੂੰ ਵੀ ਸੁੱਟ ਦਿੰਦਾ। ਕਹਿੰਦੇ ਇਸੇ ਪ੍ਰਕਾਰ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ। ਇਹਨਾਂ ਤੁਰਕਾਂ ਦਾ ਕੰਡਾ ਕੱਢਣ ਲਈ ਉਧਰੋਂ ਪਠਾਨ ਮੰਗਾਏ ਨੇ ਨਾਦਰ ਸ਼ਾਹ ਵਰਗੇ। ਕਹਿੰਦੇ ਖਾਲਸਾ ਜੀ ਹੁਣ ਤਾਂ ਸਮਾਂ ਆ ਗਿਆ, ਤਿਆਰੀਆਂ ਕਰ ਲਿਓ, ਹੁਣ ਤਾਂ ਵਧੀਆ ਸਮਾਂ ਆਣ ਪਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘ ਯਾਦ ਕਰਦੇ, ਕਹਿੰਦੇ ਖਾਲਸਾ ਜੀ ਸਮਾਂ ਉਹ ਆ ਪਿਆ ਹੈ ਜਿਹੜਾ ਸਮਾਂ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤੇ ਸੀ। ਕਲਗੀਧਰ ਮਹਾਰਾਜ ਜੀ ਨੇ ਜੋ ਆਪਣੇ ਮੁਖ ਤੋਂ ਬਚਨ ਕੀਤੇ, ਹੁਣ ਕੀ ਬਚਨ ਕੀਤਾ ਮਹਾਰਾਜ ਜੀ ਨੇ, ਉਹ ਹੁਣ ਸਰਵਣ ਕਰਾਉਂਦੇ ਹਨ। ਮਹਾਰਾਜ ਆਖਦੇ, 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਨਾ ਬਚਨ ਕੀਤਾ। ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਮਹਾਰਾਜ ਆਪ ਜੀ ਦਾ ਖਾਲਸਾ ਇਹ ਪੜ੍ਹਦਾ ਹੈ ਅਰਦਾਸ ਦੇ ਵਿੱਚ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਮਹਾਰਾਜ ਖਾਲਸਾ ਦਾ ਥੋੜਾ ਜਿਹਾ, ਮਹਾਰਾਜ ਕੁਝ ਕੁ ਹਜ਼ਾਰ ਆਪਾਂ ਤਾਂ, ਪਰ ਜਿਹੜੇ ਤੁਰਕ ਬਹੁਤੇ ਨੇ, ਤੁਰਕਾਂ ਦਾ ਰਾਜ ਹੈ। ਮਹਾਰਾਜ ਖਾਲਸੇ ਦਾ ਰਾਜ ਕਿੱਦਾਂ ਹੋਵੇਗਾ? ਉਸ ਵੇਲੇ ਮਹਾਰਾਜ ਨੇ ਆਖਿਆ, ਦਇਆ ਸਿੰਘ ਅਸੀਂ ਤੁਰਕਾਂ ਦਾ ਨਾਸ਼ ਕਰਾਵਾਂਗੇ ਇਹਨਾਂ ਤੁਰਕਾਂ ਦੇ ਹੱਥੋਂ ਹੀ। ਕਹਿੰਦੇ ਕਾਬਲ ਤੇ ਕੁੱਤਾ ਮੰਗਵਾਓ, ਇਨਕਾ ਉਨ ਤੇ ਨਾਸ਼ ਕਰਾਓ। ਕਹਿੰਦੇ ਕਾਬਲ ਤੋਂ ਇੱਕ ਕੁੱਤਾ ਮੰਗਾਵਾਂਗੇ। ਉਹ ਕੁੱਤਾ ਕੌਣ ਹੈ? ਨਾਦਰ ਸ਼ਾਹ। ਤੇ ਖਾਲਸੇ ਦੀ ਬੋਲੀ ਹੈ ਤੇ ਮਹਾਰਾਜ ਦੇ ਬਚਨ ਨੇ। 10ਵੇਂ ਪਾਤਸ਼ਾਹ ਮਹਾਰਾਜ ਤਕਰੀਬਨ 30-40 ਸਾਲ ਪਹਿਲਾਂ ਮਹਾਰਾਜ ਨੇ ਬਚਨ ਕਰ ਦਿੱਤੇ ਸੀ, ਜੋ ਹੁਣ ਪੂਰੇ ਹੋ ਰਹੇ। ਕਹਿੰਦੇ ਕਾਬਲ ਤੋਂ ਇੱਕ ਨਾਦਰ ਸ਼ਾਹ ਵਰਗਾ ਕੁੱਤਾ
ਤੇ ਉਸ ਤੋਂ ਬਾਅਦ ਅਬਦਾਲੀ ਵਰਗਾ, ਅਹਿਮਦ ਸ਼ਾਹ ਅਬਦਾਲੀ, ਕਹਿੰਦੇ ਉਹ ਇੱਕ ਕੁੱਤਾ ਅਸੀਂ ਕਾਬਲ ਤੋਂ ਮੰਗਾਵਾਂਗੇ ਇਨਕਾ ਹੋਤੇ ਨਾਸ ਕਰਾਉ। ਤੇ ਇਹਨਾਂ ਮੁਗਲਾਂ ਦਾ, ਇਹਨਾਂ ਤੁਰਕਾਂ ਦਾ ਨਾਸ਼ ਉਸ ਕਾਬਲੀ ਕੁੱਤੇ ਤੋਂ ਕਰਵਾਵਾਂਗੇ। ਫਿਰ ਦੱਖਣ ਤੇ ਲਿਆਉ ਫੌਜ। ਹਾਂ ਸਾਰ ਸੰਗਤ ਜੀ, ਹੁਣ ਇਹ ਭਵਿੱਖਤ ਬਚਨ ਕੀਤੇ ਮਹਾਰਾਜ ਨੇ। ਕਹਿੰਦੇ ਜਦੋਂ ਕਾਬਲੀ ਕੁੱਤਾ ਆ ਕੇ ਚਲਿਆ ਜਾਏਗਾ ਨਾ, ਫਿਰ ਦੱਖਣ ਤੇ ਲਿਆਵੂੰ ਫੌਜ। ਫਿਰ ਦੱਖਣ ਤੋਂ ਫੌਜਾਂ ਆਉਣਗੀਆਂ। ਦੱਖਣ ਤੋਂ ਕੌਣ ਆਵੇਗਾ? ਮਰਹੱਟੇ। ਮਰਹੱਟੇ ਚੜ੍ਹ ਕੇ ਆਉਣਗੇ। ਆ ਦਿੱਲੀ ਤੱਕ ਮਰਹੱਟਿਆਂ ਨੇ ਮਾਰਾ ਵਕਾਰਾ ਕੀਤਾ, ਪਾਣੀਪਤ ਦੀ ਲੜਾਈ ਵੀ ਹੋਈ। ਕਹਿੰਦੇ ਫਿਰ ਅਸੀਂ ਮਰਹੱਟੇ ਬੁਲਾਵਾਂਗੇ ਤੇ ਮਰਹੱਟੇ ਆ ਕੇ ਚੜ੍ਹਨਗੇ ਇੱਧਰ ਦਿੱਲੀ ਵੱਲ। ਲੜ ਕਰ ਇੱਕ ਕੋਨ ਮਿਟਾ ਜੈਉ ਫੌਜ। ਤੇ ਆਪਸ ਦੇ ਵਿੱਚ ਹੀ ਲੜ ਕੇ ਮਰਹੱਟੇ ਤੇ ਤੁਰਕ ਇਹ ਮਰ ਖਪਣਗੇ। ਫੇਰ ਖਾਲਸੋ ਭੂਰੋ ਮੰਗਾਉ। ਸਾਧ ਸੰਗਤ ਜੀ, ਹੁਣ ਤੀਜਾ ਵਚਨ ਕਰਦੇ ਮਹਾਰਾਜ। ਕਹਿੰਦੇ ਫੇਰ ਖਾਲਸੇ ਭੂਰੇ ਮੰਗਾਓ। ਹੁਣ ਭੂਰੇ ਕੌਣ ਨੇ? ਅੰਗਰੇਜ਼। ਕਹਿੰਦੇ ਫਿਰ ਅੰਗਰੇਜ਼ ਆਉਣਗੇ ਚੜ ਕੇ। ਪਹਿਲਾਂ ਤਾਂ ਇਹ ਨਾਦਰ ਸ਼ਾਹ ਆਵੇਗਾ ਜੋ ਹੁਣ ਆ ਰਿਹਾ। ਕਹਿੰਦੇ ਫਿਰ ਮਰਹੱਟੇ ਆਉਣਗੇ ਚੜ ਕੇ, ਤੇ ਫਿਰ ਕਹਿੰਦੇ ਭੂਰੇ ਆਉਣਗੇ ਅੰਗਰੇਜ਼। ਕਹਿੰਦੇ ਅੰਗਰੇਜ਼ ਆ ਕੇ ਫਿਰ ਇਹਨਾਂ ਤੁਰਕਾਂ ਨੂੰ ਭਜਾਉਣਗੇ ਤੇ ਰਾਜ ਕਰਨਗੇ। ਦੋ ਖਾਲਸਾ ਮੇਲ ਕਰਾਉ। ਤੇ ਫਿਰ ਅੰਗਰੇਜ਼ਾਂ ਦਾ ਤੇ ਖਾਲਸੇ ਦਾ ਮੇਲ ਹੋਵੇਗਾ, ਭੂਰਿਆਂ ਦਾ ਤੇ ਖਾਲਸੇ ਦਾ। ਉਹ ਕਿਵੇਂ ਹੋਇਆ ਸੀ? ਮਹਾਰਾਜਾ ਰਣਜੀਤ ਸਿੰਘ ਨਾਲ ਜਦੋਂ ਅੰਗਰੇਜ਼ਾਂ ਦੀ ਸੰਧੀ ਹੋਈ ਸੀ ਸਨ 1809 ਦੇ ਵਿੱਚ, ਉਸ ਵੇਲੇ ਕਹਿੰਦੇ ਭੂਰਿਆਂ ਦਾ ਤੇ ਖਾਲਸੇ ਦਾ ਫਿਰ ਮੈਂ ਮੇਲ ਕਰਾਵਾਂਗਾ। ਇਹ ਕਲਗੀਧਰ ਮਹਾਰਾਜ ਜੀ ਨੇ ਬਚਨ ਕੀਤੇ ਸੀ, ਜੋ ਸੋ ਸਾਖੀ ਦੇ ਵਿੱਚ ਵੀ ਮੌਜੂਦ ਨੇ ਤੇ ਇੱਥੇ ਵੀ ਭਾਈ ਸਾਹਿਬ ਜੀ ਲਿਖ ਰਹੇ ਹਨ। ਦਿੱਲੀ ਲਾਹੌਰ ਕੇ ਤਖਤ ਪਟਾਉ। ਕਹਿੰਦੇ ਫਿਰ ਮੈਂ ਆਪਣੇ ਖਾਲਸੇ ਤੋਂ ਦਿੱਲੀ ਤੇ ਲਾਹੌਰ ਦੇ ਤਖਤ ਪਟਾਵਾਂਗਾ। ਸਾਧ ਸੰਗਤ ਜੀ, ਇਹ ਬਚਨ ਵੀ ਪੂਰਾ ਕੀਤਾ ਮਹਾਰਾਜ ਦਾ। ਸਨ 1783 ਈਸਵੀ ਦੇ ਵਿੱਚ ਬਾਬਾ ਬਘੇਲ ਸਿੰਘ ਜੀ ਜਦੋਂ ਉਹਨਾਂ ਨੇ ਦਿੱਲੀ ਮਾਰੀ ਨਾ, ਉਸ ਵੇਲੇ ਕਹਿੰਦੇ ਵੀ ਹੋਲਾ ਮਹੱਲਾ ਆ ਰਿਹਾ, ਖਾਲਸਾ ਜੀ ਚਲੋ ਚੱਲੀਏ। ਤੇ ਜਿਵੇਂ ਆਪਣਾ ਹੁਣ ਹੋਲਾ ਮਹੱਲਾ ਆ ਰਿਹਾ, ਤੇ ਕਹਿੰਦੇ ਬਾਬਾ ਜੀ ਆ ਦਿੱਲੀ ਨੂੰ ਤਾਂ ਮਸਾਂ ਆਪਾਂ ਜਿੱਤਿਆ, ਤੇ ਹੁਣ ਕਹਿੰਦੇ ਅਨੰਦਪੁਰ ਸਾਹਿਬ ਚੱਲੀਏ। ਉਹ ਕਹਿੰਦੇ ਕੋਈ ਗੱਲ ਨਹੀਂ, ਜਿਹੋ ਜੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਫੇਰ ਆ ਕੇ ਲੁੱਟ ਲਵਾਂਗੇ, ਚਲੋ ਚੱਲੀਏ। ਤੇ ਫਿਰ ਦਿੱਲੀ ਦਾ ਤਖਤ ਗੁਰੂ ਕੇ ਸਿੰਘਾਂ ਨੇ ਸੰਗਲਾਂ ਨਾਲ ਬੰਨ੍ਹ ਕੇ ਉਹ ਤਖਤ ਪੱਟ ਕੇ, ਘੋੜਿਆਂ ਦੇ ਪਿੱਛੇ ਘੜੀਸ ਕੇ ਉਹ ਤਖਤ ਲਿਆ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੁੱਟਿਆ, ਜੋ ਅੱਜ ਵੀ ਕਾਇਮ ਹੈ। ਆਪ ਜੀ ਆਖੋਗੇ ਕਿਵੇਂ? ਸਾਧ ਸੰਗਤ ਜੀ, ਆਪ ਜੀ ਜਦੋਂ ਦੁੱਖ ਭੰਜਨੀ ਬੇਰੀ ਦੇ ਦਰਸ਼ਨ ਕਰਦੇ ਹੋ ਨਾ, ਜਦੋਂ ਉਧਰ ਨੂੰ ਜਾਂਦੇ ਪ੍ਰਕਰਮਾਂ ਵੱਲ ਨੂੰ, ਤੇ ਬੁੰਗਾ ਬਣਿਆ ਰਾਮਗੜੀਆ ਬੁੰਗਾ, ਤੇ ਲੰਗਰਹਾਲ ਵੱਲ ਨੂੰ ਜਾਣਾ ਪੈਂਦਾ, ਤੇ ਉੱਥੇ ਇਤਿਹਾਸਿਕ ਸਿੱਲ ਲੱਗੀ ਹੋਈ ਹੈ, ਬਕਾਇਦਾ ਇਤਿਹਾਸ ਵੀ ਲਿਖਿਆ ਹੋਇਆ। ਉਹ ਸਿੱਲ ਉਹੀ ਹੈ ਜੋ ਗੁਰੂ ਕੇ ਖਾਲਸੇ ਨੇ ਦਿੱਲੀ ਤਖਤ ਤੋਂ ਪੁੱਟ ਕੇ ਸਦਾ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤੀ। ਅੱਜ ਵੀ ਦਿੱਲੀ ਦਾ ਤਖਤ ਉਹ ਝੁਕਿਆ ਹੋਇਆ ਹੈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ। ਮਹਾਰਾਜ ਜੀ ਇੱਥੇ ਉਹ ਬਚਨ ਕਰ ਰਹੇ ਨੇ, ਕਹਿੰਦੇ ਦਿੱਲੀ ਲਾਹੌਰ ਕੇ ਤਖਤ ਪਟਾਉ। ਹਾਂਜੀ, ਸਾਤੋਂ ਧਾਰਨ ਧੂੜ ਮਿਲਾਉ। ਤੇ ਜਿੰਨੀਆਂ ਪਹਾੜੀਆਂ ਦੀਆਂ ਇਹ 7 ਧਾਰਾਵਾਂ ਨੇ, ਇਹਨਾਂ ਨੂੰ ਧੂੜ ਦੇ ਵਿੱਚ ਮਿਲਾ ਦੇਵਾਂਗਾ। 22 ਸੂਬੇ ਦਿਉ ਤੋੜ। ਤੇ ਜਿਹੜੇ ਹਿੰਦੁਸਤਾਨ ਦੇ ਤੁਰਕਾਂ ਦੇ 22 ਸੂਬੇ ਨੇ, ਸਾਰੇ ਖਤਮ ਹੋ ਜਾਣਗੇ। ਵਜ਼ੀਰ ਪਤ ਸਾਹਣ ਦਿਉ ਫੋੜ। ਤੇ ਜਿੰਨੇ ਆ ਵਜ਼ੀਰ ਵੱਡੇ ਵੱਡੇ ਪਾਤਸ਼ਾਹ ਨੇ, ਇਹਨਾਂ ਦੀ ਪਾਤਸ਼ਾਹੀ ਗਾਲ ਦੇਣੀ ਹੈ। ਤੁਰਕ ਨਗਾਰੋ ਵੱਜਣ ਹਟਾਉ। ਹਾਂ, ਇਹਨਾਂ ਤੁਰਕਾਂ ਦੇ ਨਗਾਰੇ ਵੱਜਣ ਤੋਂ ਹਟ ਜਾਣਗੇ ਤੇ ਖਾਲਸੇ ਦੇ ਨਗਾਰੇ ਵੱਜਣਗੇ। ਆਏ ਨਾ ਬਾਬਾ ਅਜਾਪਾਲ ਸਿੰਘ ਜੀ ਇੱਥੇ, ਤੇ ਅੰਮ੍ਰਿਤ ਵੇਲੇ ਉਹ ਨਗਾਰਾ ਵਜਾਉਂਦੇ ਸੀ, ਹੁਣ ਵੀ ਉਹ ਨਗਾਰੇ ਮੌਜੂਦ ਨੇ। ਕਹਿੰਦੇ ਤੁਰਕਾਂ ਦੇ ਨਗਾਰੇ ਬੰਦ ਹੋਣਗੇ ਤੇ ਮੇਰੇ ਖਾਲਸੇ ਦੇ ਨਗਾਰੇ ਵੱਜਣਗੇ। ਮਹਾਰਾਜ ਜੀ ਲਿਖਦੇ, ਵਿਜੈ ਛੰਦ ਰੂਮ ਨੋਬਤ ਬਜਾਉ, ਸ਼ਾਮ ਮੋਹਰਾ ਚਲਾਉ, ਪਾਤਸ਼ਾਹੀ ਲੈ ਕਰਾਉ, ਤਖਤ ਸਾਚੇ ਸਾਹਿਬਾਨ ਕੇ। ਤੁਰਕਾਂ ਦੇ ਨਗਾਰੇ ਬੰਦ ਹੋਣਗੇ ਤੇ ਖਾਲਸੇ ਦੇ ਨਗਾਰੇ ਸਦਾ ਵੱਜਦੇ ਰਹਿਣਗੇ। ਅਕਾਲ ਅਕਾਲ ਕੋ ਜਾਪ ਜਪਾਉ। ਤੇ ਇੱਥੇ ਅਕਾਲ ਅਕਾਲ ਦੇ ਨਾਰੇ ਗੂੰਜਿਆ ਕਰਨਗੇ ਪੰਜਾਬ ਦੀ ਧਰਤੀ ਦੇ। ਅੱਜ ਵੀ ਜਦੋਂ ਅਰਦਾਸਾਂ ਹੁੰਦੀਆਂ ਨੇ, ਗੁਰੂ ਕੇ ਸਿੱਖ ਅਰਦਾਸ ਦੇ ਵਿੱਚ ਅਕਾਲ ਅਕਾਲ ਜਪਾਉਂਦੇ ਨੇ। ਅਕਾਲ ਅਕਾਲ ਦੇ ਸਤਿ ਸ੍ਰੀ ਅਕਾਲ ਦੇ ਨਾਰੇ ਲੱਗਦੇ ਹਨ। ਉਹ ਸਮੋ ਆਵਾ ਆਇਓ ਜਾਨੋ। ਤੇ ਉਹ ਸਮਾਂ ਖਾਲਸਾ ਜੀ ਹੁਣ ਨੇੜੇ ਆਉਣ ਲੱਗ ਪਿਆ ਹੈ। ਲੁੱਟੋ ਕਾਹੋ ਜੋ ਮਨ ਮਾਨੋ। ਸਾਧ ਸੰਗਤ ਜੀ, ਹੁਣ ਲੁੱਟਾਂ ਖੋਹਾਂ ਕਰੋ
ਜਦੋਂ ਤੱਕ ਨਾਦਰ ਸ਼ਾਹ ਹਿੰਦੁਸਤਾਨ ਦੇ ਵਿੱਚ ਹੈ ਤੇ ਆਪਣੀਆਂ ਮਨ ਭਾਉਂਦੀਆਂ ਕਰੋ। ਦੋਹਰਾ ਸਿੰਘਣ ਮੈਂ ਨਵਾਬ ਜੋ ਕਪੂਰ ਸਿੰਘ ਜੀ ਨਾਮ। ਉਸ ਵੇਲੇ ਖਾਲਸੇ ਦੇ ਜਥੇਦਾਰ ਸਨ ਤੀਸਰੇ ਜਰਨੈਲ ਧੰਨ ਧੰਨ ਬਾਬਾ ਕਪੂਰ ਸਿੰਘ ਸਾਹਿਬ ਜੀ, ਨਵਾਬ ਕਪੂਰ ਸਿੰਘ ਜੀ ਜੋ ਵੱਡੇ ਜਥੇਦਾਰ ਹਨ। ਸਭ ਸਿੰਘਣ ਸੁਰਤਿਲ ਕਹੀ ਮਉ ਸਿੰਘਣ ਮਟ ਕਾਮ। ਆਗ ਦਿੱਤਾ ਖਾਲਸਾ ਜੀ ਆਪਣੀ ਆਪਣੀ ਤਿਆਰੀ ਕਰ ਲਓ, ਜਥੇ ਬਣਾ ਲਓ, ਪੂਰੀ ਵਿਉਂਤਬੰਦੀ ਦੇ ਨਾਲ ਨਾਦਰ ਸ਼ਾਹ ਦੇ ਉੱਤੇ ਹਮਲਾ ਕਰਨਾ ਹੈ। ਕਪੂਰ ਸਿੰਘ ਜਬ ਜਉ ਕਹੀ ਸਿੰਘਣ ਸਭਨ ਸੁਣਾਏ। ਜਦੋਂ ਨਵਾਬ ਕਪੂਰ ਸਿੰਘ ਜੀ ਨੇ ਇਸ ਪ੍ਰਕਾਰ ਆਖਿਆ ਤੇ ਸਿੰਘਾਂ ਨੇ ਉਹ ਗੱਲ ਮੰਨ ਲਈ। ਅੱਜ ਵਾਂਗੂ ਨਹੀਂ ਕਿ ਅਸੀਂ ਜਥੇਦਾਰ ਦਾ ਹੁਕਮ ਨਹੀਂ ਮੰਨਣਾ, ਸਿੰਘਾਂ ਨੇ ਜਥੇਦਾਰ ਦੇ ਹੁਕਮ ਦੇ ਅੱਗੇ ਸਿਰ ਝੁਕਾ ਦਿੱਤਾ। ਸਤ ਸਤ ਸਭ ਕਹਿ ਉਤੇ ਪੁੰਨਸ ਕਰ ਸਿਰ ਨਿਆਏ। ਸਾਰਿਆਂ ਨੇ ਆਖ ਦਿੱਤਾ ਸਤ ਵਚਨ ਜਥੇਦਾਰ ਸਾਹਿਬ, ਸਤ ਵਚਨ ਨਵਾਬ ਜੀ, ਜਿਵੇਂ ਆਪ ਜੀ ਆਖਦੇ ਹੋ ਅਸੀਂ ਤਿਆਰ ਬਰ ਤਿਆਰ ਹਾਂ। ਆ ਕਮਰ ਕੱਸੇ ਲੱਗੇ ਨੇ, ਘੋੜੇ ਤਿਆਰ ਨੇ, ਦੱਸੋ ਕਿੱਥੇ ਹੱਲਾ ਕਰਨਾ ਹੈ। ਹੁਣ ਸਾਧ ਸੰਗਤ ਜੀ, ਜਿਸ ਪ੍ਰਕਾਰ ਲਾਹੌਰ ਤੋਂ ਇਹ ਨਾਦਰ ਸ਼ਾਹ ਦਿੱਲੀ ਜਾਂਦਾ ਹੈ ਤੇ ਦਿੱਲੀ ਆ ਕੇ ਇਹ ਕੀ ਲੁੱਟ ਕੇ ਲੈ ਕੇ ਜਾਂਦਾ ਹੈ, ਸਭ ਤੋਂ ਵੱਧ ਨੁਕਸਾਨ ਨਾਦਰ ਸ਼ਾਹ ਨੇ ਕੀਤਾ ਹਿੰਦੁਸਤਾਨ ਦਾ। ਤੇ ਕਿਹੋ ਜਿਹੀਆਂ ਚੀਜ਼ਾਂ ਇਹ ਲੁੱਟ ਕੇ ਲੈ ਕੇ ਜਾਂਦਾ ਹੈ ਤੇ ਕਿਵੇਂ ਗੁਰੂ ਕਾ ਖਾਲਸਾ ਨਾਦਰ ਸ਼ਾਹ ਦੇ ਨੱਕ 'ਚ ਦਮ ਕਰਦਾ। ਤੇ ਨਾਦਰ ਸ਼ਾਹ ਪੁੱਛਦਾ ਜ਼ਕਰੀਆ ਖਾਨ ਕਿ ਮੈਂ ਕਾਬਲ ਤੋਂ ਤੁਰਿਆ ਦਿੱਲੀ ਤੱਕ ਮੈਨੂੰ ਰੋਕਣ ਵਾਲਾ ਕੋਈ ਨਹੀਂ ਜੰਮਿਆ, ਪਰ ਇਹ ਕਾਲੇ ਮੂੰਹਾਂ ਵਾਲੇ ਕੌਣ ਨੇ ਜਿਨ੍ਹਾਂ ਨੇ ਮੈਨੂੰ ਰੋਕਿਆ? ਜ਼ਕਰੀਆ ਖਾਨ ਮੈਨੂੰ ਇਹਨਾਂ ਦਾ ਪਤਾ ਦੱਸ, ਐਡਰੈਸ ਦੱਸ, ਮੈਂ ਇਹਨਾਂ ਦੇ ਪਿੰਡਾਂ ਦੇ ਪਿੰਡ ਤਬਾਹ ਕਰ ਦੇਵਾਂਗਾ। ਤੇ ਉਹ ਜ਼ਕਰੀਆ ਖਾਨ ਦੱਸਦਾ ਜੀ ਇਹਨਾਂ ਦਾ ਕੋਈ ਟਿਕਾਣਾ ਨਹੀਂ, ਇਹਦਾ ਘੋੜਿਆਂ ਦੀ ਕਾਠੀਆਂ ਤੇ ਸੋ ਜਾਂਦੇ ਨੇ ਤੇ ਚਲਦੇ ਚਲਦੇ ਹੀ ਖਾ ਲੈਂਦੇ ਨੇ। ਇਹ ਜੇਠ ਹਾੜ ਦੀ ਗਰਮੀ ਦੇ ਵਿੱਚ ਪਾਣੀ ਤੱਕ ਨਹੀਂ ਪੀਂਦੇ ਤੇ ਪੋਹ ਦੀਆਂ ਰਾਤਾਂ ਦੇ ਵਿੱਚ ਇਹ ਅੱਗ ਨਹੀਂ ਸੇਕਦੇ। ਇਹ ਇਸ ਪ੍ਰਕਾਰ ਦੇ ਨੇ। ਤੇ ਫਿਰ ਨਾਦਰ ਸ਼ਾਹ ਸਿੱਖਾਂ ਦੇ ਬਾਬਤ ਕੀ ਬਚਨ ਕਰਦਾ ਹੈ, ਉਹ ਕਥਾ ਆਪਾਂ ਕੱਲ ਦੇ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਕੇ ਪੰਥ ਖਾਲਸੇ ਦਾ ਲਾਡਲੀਆਂ ਫੌਜਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ 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 ਵਾਹਿਗੁਰੂ।